ਬਾਬੇ ਦੇ ਪ੍ਰੇਮੀਆਂ ਨੂੰ ਭਗਤਾਂ ਨੂੰ ਇਹ ਦੱਸ ਦਈਏ ਜੀ ਕਿ ਫਿਕਰ ਕਰਨ ਦੀ ਕੋਈ ਲੋੜ ਨਹੀਂ। ਬਾਬਾ ਜੀ ਦੀ ਸਿਹਤ ਬਿਲਕੁਲ ਠੀਕ ਹੈ, ਹੱਟੇ ਕੱਟੇ ਨੇ। ਯਾਦ ਕਰੋ ਉਹ ਦਿਨ ਜਦੋਂ ਪਹਿਲੀ ਵਾਰੀ ਸਜ਼ਾ ਹੋਈ ਸੀ ਤੇ ਜੱਜ ਨੇ ਸਜ਼ਾ ਸੁਣਾਈ ਤੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੈਲੀਕਾਪਟਰ ਦੇ ਵਿੱਚ ਅਟੈਚੀ ਕੇਸ ਲੈ ਕੇ ਉਹ ਤੇ ਪੁਲਿਸ ਮੁਲਾਜ਼ਮਾਂ ਨੇ ਚੁੱਕੇ ਹੋਏ ਸੀ। ਇਸ ਤਰ੍ਹਾਂ ਬੈਠ ਗਿਆ ਜਿਵੇਂ ਛੁੱਟੀਆਂ ਤੇ ਜਾ ਰਿਹਾ ਹੋਵੇ ਕਿਸੇ ਹੌਲੀਡੇ ਵਾਸਤੇ। ਵੱਡੀਆਂ ਵੱਡੀਆਂ ਕਰੋੜ 2-2 ਕਰੋੜ ਦੀਆਂ ਗੱਡੀਆਂ ਦੇ ਵਿੱਚ ਬਾਬਾ ਜਾਂਦਾ ਸੀ ਤੇ ਇੱਕੋ ਕਿਸਮ ਦੀਆਂ ਇੱਕੋ ਨੰਬਰ ਵਾਲੀਆਂ ਕਈ ਗੱਡੀਆਂ ਹੁੰਦੀਆਂ ਸੀ, ਜਦੋਂ ਇਹ ਪਤਾ ਨਹੀਂ ਸੀ ਲੱਗਦਾ ਕਿ ਕਿਹੜੀ ਦੇ ਵਿੱਚ ਬਾਬਾ ਬੈਠਾ ਹੋਇਆ। ਬੇਅਦਬੀ ਕਾਂਡ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ ਜੋ ਵੀ ਜਿੱਥੇ ਵੀ ਹੋਇਆ, ਉਹ ਸਾਰਿਆਂ ਨੂੰ ਪਤਾ ਹੈ ਕਿ 2015 ਦਾ ਜਿਹੜਾ ਕੇਸ ਰਜਿਸਟਰ ਹੈ, ਇਸ ਵਿੱਚ ਡੇਰਾ ਪ੍ਰੇਮੀਆਂ ਦੇ ਨਾਮ ਵੀ ਨਿਕਲ ਕੇ ਸਾਹਮਣੇ ਆਉਂਦੇ ਰਹੇ ਨੇ। ਅਕਾਲੀ ਸਰਕਾਰ ਸੁੱਤੀ ਰਹੀ ਹੈ ਪਹਿਲਾਂ, ਫਿਰ ਕੈਪਟਨ ਸਾਹਿਬ ਸੁੱਤੇ ਰਹੇ ਨੇ। ਐਡਵੋਕੇਟ ਜਨਰਲ ਦਾ ਅਹੁਦਾ ਜਿਹੜਾ ਸੀ, ਉਹ ਅਹੁਦੇ ਤੇ ਕੋਈ ਬੈਠਾ ਤਾਂ ਸੀ ਪਰ ਉਸਨੇ ਕੰਮ ਨਾ ਕੀਤਾ। ਹੁਣ ਜਦੋਂ ਸਿੱਟ ਬਣਾਈ ਗਈ ਤੇ ਇਸ ਸਿੱਟ ਨੂੰ 6 ਮਹੀਨਿਆਂ ਦੇ ਵਿੱਚ ਆਪਣਾ ਕੰਮ ਜਿਹੜਾ ਸੀ ਮੁਕੰਮਲ ਕਰਨ ਲਈ ਆਖਿਆ ਗਿਆ, ਕਿਉਂਕਿ ਸਰਕਾਰ ਕੋਲ ਸਮਾਂ ਤੇ ਹੈ ਨਹੀਂ। ਇਹਨਾਂ ਨੂੰ ਇੰਨੀ ਕਾਮਯਾਬੀ ਮਿਲੀ ਕਿ ਭਾਈ ਤੁਸੀਂ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਜਿਹੜਾ ਪੁੱਛਗਿੱਛ ਕਰਿਆ, ਇੱਥੇ ਬਾਬਾ ਨਹੀਂ ਆਉਣ ਵਾਲਾ। ਪੰਜਾਬ ਸਰਕਾਰ ਸ਼ਾਇਦ ਇਸ ਮਾਮਲੇ ਵਿੱਚ ਸੱਚੇ ਬਣਨ ਦਾ ਯਤਨ ਕਰ ਰਹੀ ਕਿ ਦੇਖੋ ਅਸੀਂ ਕਾਰਵਾਈ ਕਰ ਰਹੇ ਹਾਂ, ਬਾਬੇ ਤੇ ਕਾਰਵਾਈ ਹੋ ਰਹੀ ਹੈ ਤੇ ਅਸੀਂ ਇਸ ਮਾਮਲੇ ਦੇ ਵਿੱਚ ਪੂਰੇ ਸੁਹਿਰਦ ਹਾਂ। ਗੋਲੀकांड ਦੇ ਮਾਮਲੇ ਦੇ ਵਿੱਚ ਜਿਸ ਅਫਸਰ ਦੀ ਜਾਂਚ ਚੱਲ ਰਹੀ ਸੀ ਉਸ ਨੂੰ ਮੁਅੱਤਲ ਕੀਤਾ ਗਿਆ ਸੀ, ਉਸ ਨੂੰ ਬਹਾਲ ਕਰ ਦਿੱਤਾ ਜਾਂਦਾ ਹੈ। ਸਾਡੇ ਗ੍ਰਹਿ ਮੰਤਰੀ ਕਹਿ ਰਹੇ ਨੇ ਕਿ ਇਹ ਜਿਹੜਾ ਬਹਾਲੀ ਦਾ ਹੁਕਮ ਹੈ ਕੈਪਟਨ ਦੇ ਵੇਲੇ ਆ ਗਿਆ ਸੀ। ਇਹਦਾ ਮਤਲਬ ਤੁਸੀਂ ਕਲੀਅਰ ਤੇ ਕਰੋ ਕਿ ਤੁਸੀਂ ਚਾਹੁੰਦੇ ਨਹੀਂ ਸੀ ਕਿ ਇਹ ਬਹਾਲ ਹੋਣ। ਜਿਸ ਤਰ੍ਹਾਂ ਨਿਧੜਕ ਹੋ ਕੇ ਨਵਜੋਤ ਸਿੰਘ ਸਿੱਧੂ ਬੋਲੇ ਨੇ ਪਿਛਲੇ ਦਿਨਾਂ ਦੇ ਵਿੱਚ, ਸਿਰਫ ਔਰ ਸਿਰਫ ਮੁੱਦਿਆਂ ਦੀ ਗੱਲ ਕੀਤੀ ਹੈ। ਉਸ ਮਾਮਲੇ ਦੇ ਵਿੱਚ ਉਹਨਾਂ ਦਾ ਕੋਈ ਜਵਾਬ ਨਹੀਂ ਹੈ। ਨਵਜੋਤ ਸਿੰਘ ਸਿੱਧੂ ਜਦੋਂ ਤੇ ਖੁਦ ਗੱਲ ਕਰਦੇ ਨੇ, ਕਿਤੇ ਬੈਠ ਕੇ ਟਵੀਟ ਕਰਦੇ ਨੇ ਜਾਂ ਵੀਡੀਓ ਪਾਉਂਦੇ ਨੇ, ਉਦੋਂ ਇੱਕ ਵੱਖਰਾ ਰੰਗ ਹੁੰਦਾ ਹੈ ਤੇ ਜਦੋਂ ਪੱਤਰਕਾਰਾਂ ਦੇ ਸਾਹਮਣੇ ਬੈਠ ਕੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਗੱਲ ਜਿਹੜੀ ਹੈ ਥੋੜੀ ਜਿਹੀ ਵੱਖਰੀ ਹੋ ਜਾਂਦੀ ਹੈ। ਮੁੱਦਿਆਂ ਨੂੰ ਅਸੀਂ ਗਿਣ ਲਈਏ ਜਿਨ੍ਹਾਂ ਵਿੱਚ ਬਿਜਲੀ ਸਮਝੌਤੇ, ਰੇਤ, ਟਰਾਂਸਪੋਰਟ ਸਾਰਾ ਕੁਝ ਆ ਜਾਂਦਾ ਹੈ ਜੀ। ਉਹ ਸਾਰੇ ਜਿਹੜੇ ਨੇ ਵਾਕਿਆ ਹੀ ਪੰਜਾਬ ਦੇ ਅਸਲੀ ਮੁੱਦੇ ਨੇ। ਨਵਜੋਤ ਸਿੰਘ ਸਿੱਧੂ ਨੇ ਜਿਹੜੀ ਉਹਨਾਂ ਨੇ ਪੱਤਰਕਾਰ ਸੰਮੇਲਨ ਦੇ ਵਿੱਚ ਕੱਲ ਗੱਲ ਕੀਤੀ ਹੈ ਕਿ ਭਾਈ ਚੰਨੀ ਨੂੰ ਸੀਐਮ ਬਣਾਉਣ ਵਾਸਤੇ ਮੇਰਾ ਕੋਈ ਹੱਥ ਨਹੀਂ ਹੈ, ਹਾਈ ਕਮਾਂਡ ਦਾ। ਨੋ ਕਹਿੰਦੇ ਬਿਲਕੁਲ ਮੇਰਾ ਕੋਈ ਹੱਥ ਨਹੀਂ। ਟਰਾਂਸਪੋਰਟ ਮੰਤਰੀ ਨੂੰ ਥਾਂ ਤੇ ਜਾ ਕੇ ਇਹ ਕੰਮ ਕਰਨਾ ਪੈਂਦਾ ਹੈ ਕਿ ਭਾਈ ਦੱਸੋ ਆ ਬੱਸ ਕਿਹਦੀ ਹੈ, ਕਿਹਦੀ ਹੈ, ਆਹ ਕੌਣ ਹੈ। ਇਹ ਟਰਾਂਸਪੋਰਟ ਮੰਤਰੀ ਦੇ ਕਰਨ ਵਾਲੇ ਕੰਮ ਥੋੜ੍ਹਾ। ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਪਰ ਗੱਡੀ ਚਾੜ ਦਿੱਤੀ ਜਾਂਦੀ ਹੈ। ਉਸ ਦੇ ਵਿੱਚ ਇਹ ਪ੍ਰਚਾਰਿਆ ਜਾਂਦਾ ਕਿ ਦੇਖੋ ਕਿਸਾਨਾਂ ਨੇ ਗੱਡੀ ਨੂੰ ਅੱਗ ਲਾ ਦਿੱਤੀ, ਗੱਡੀ ਲੁਟਾ ਦਿੱਤੀ, ਬੰਦੇ ਮਾਰ ਦਿੱਤੇ, ਜਿਨ੍ਹਾਂ ਵਿੱਚ ਇੱਕ ਡਰਾਈਵਰ ਸੀ, ਭਾਜਪਾ ਦੇ 2 ਵਰਕਰ ਸੀ, ਇੱਕ ਪੱਤਰਕਾਰ ਮਾਰ ਦਿੱਤਾ ਹੈ। ਇਹ ਸਾਰੀਆਂ ਗੱਲਾਂ ਆਉਂਦੀਆਂ ਨੇ ਕਿ ਹਿੰਸਕ ਭੀੜ ਨੇ ਅਜਿਹਾ ਕੀਤਾ। ਪਰ ਜਦੋਂ ਦੂਸਰੇ ਜਾਂ ਤੀਸਰੇ ਦਿਨ ਉਹ ਵੀਡੀਓ ਜਦੋਂ ਤੱਕ ਸਾਹਮਣੇ ਨਹੀਂ ਆ ਜਾਂਦੀ, ਭਾਈ ਦੇਖੋ ਤਾਂ ਸਹੀ ਅਸਲ ਵਿੱਚ ਹੋਇਆ ਕੀ ਸੀ। ਕੋਰਟ ਨੇ ਇਹ ਵੀ ਆਖਿਆ ਸੀ ਕਿ ਜੇ ਸਾਰੀਆਂ ਵੀਡੀਓ ਜਿੰਨੀਆਂ ਆਸੇ-ਪਾਸੇ ਦੀਆਂ ਹਨ ਉੱਥੇ, ਉਹਨਾਂ ਨੂੰ ਇਕੱਠੀਆਂ ਕਰ ਲਿਆ ਜਾਵੇ ਤਾਂ ਇੱਕ ਠੀਕ-ਠਾਕ ਫਿਲਮ ਬਣ ਜਾਂਦੀ ਹੈ, ਜਿਸ ਤੋਂ ਸਾਰਾ ਕੁਝ ਕਲੀਅਰ ਹੋ ਜਾਂਦਾ ਤੁਸੀਂ ਅਜੇ ਤੱਕ ਕੀਤਾ ਕੀ ਹੈ। ਕਿ ਜਹਾਜ਼ ਖਰੀਦਣ ਵਾਸਤੇ ਤੇ ਭਾਰਤ ਸਰਕਾਰ ਦੇ ਕੁਝ ਨੁਮਾਇੰਦਿਆਂ ਨੂੰ ਮਨਾਉਣ ਵਾਸਤੇ ਕਿ ਆਹ ਹੀ ਜਹਾਜ਼ ਖਰੀਦਣੇ ਨੇ, ਉਹ ਡਿਸਕਾਊਂਟ ਕੰਪਨੀ ਨੂੰ ਦੱਸਿਆ ਗਿਆ ਕਿ ਇੰਨੇ ਪੈਸੇ ਕੱਢੋ ਭਾਈ, ਫੇਰ ਸੌਦਾ ਸਾਡਾ ਹੋਵੇਗਾ। ਕਾਰਗਿਲ ਯੁੱਧ ਦੇ ਵਿੱਚ ਬੋਫੋਰ ਤੋਪ ਨੇ ਕਮਾਲ ਕੰਮ ਕੀਤਾ। ਰਫਾਲ ਜਹਾਜ਼ ਵੀ ਵਧੀਆ ਹੈ, ਪਰ ਉਹਨਾਂ ਨੂੰ ਖਰੀਦਣ ਦੇ ਵਿੱਚ ਜਿਹੜੀ ਕਪੜੇਬਾਜ਼ੀ ਹੋਈ ਹੈ ਉਹ ਸਾਹਮਣੇ ਆਉਣੀ ਜ਼ਰੂਰੀ ਹੈ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਮੁੱਦਿਆਂ ਤੇ ਚਰਚਾ ਕਰਨ ਵਾਲਾ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਅੱਜ ਦੇ ਪ੍ਰੋਗਰਾਮ 'ਚ ਸਾਡੇ ਐਕਸਪਰਟ ਹੋਣਗੇ ਸਰਦਾਰ ਕੁਲਦੀਪ ਸਿੰਘ ਹੀਰ ਜੀ, ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਸੌਦਾ ਸਾਧ ਰਾਮ ਰਹੀਮ ਦੀ, ਜਿਹਦੀ ਕਿ ਕੱਲ ਸੁਨਾਰੀਆ ਜੇਲ੍ਹ ਦੇ ਵਿੱਚ ਪੁੱਛ ਪੜਤਾਲ ਹੋਈ ਹੈ ਤੇ ਪੁੱਛ ਪੜਤਾਲ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਗੱਲ ਪੰਜਾਬ ਦੀ ਸਿਆਸਤ ਦੀ ਵੀ ਕਰਾਂਗੇ, ਗੱਲ ਨਵਜੋਤ ਸਿੰਘ ਸਿੱਧੂ ਦੀ ਵੀ ਕਰਾਂਗੇ, ਰਾਜਾ ਵੜਿੰਗ ਦੀ ਵੀ ਗੱਲ ਕਰਾਂਗੇ, ਜਿਹੜੇ ਅਕਸਰ ਹੀ ਕੈਪਟਨ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਸਭੀ। ਕੁਲਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਰਾਮ ਰਹੀਮ ਤੋਂ ਕਰਦੇ ਹਾਂ। ਸੁਨਾਰੀਆ ਜੇਲ੍ਹ 'ਚ ਕੱਲ ਲੰਬੀ ਚੌੜੀ ਪੁੱਛ ਪੜਤਾਲ ਐਸਪੀਐਸ ਪਰਮਾਰ ਦੀ ਅਗਵਾਈ 'ਚ ਜਿਹੜੀ ਸਿੱਟ ਉੱਥੇ ਪਹੁੰਚੀ ਸੀ ਉਹਨਾਂ ਨੇ ਕੀਤੀ ਹੈ, ਤੇ ਉਸ ਪੁੱਛ ਪੜਤਾਲ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਇਆ? ਸਭੀ ਨੇ ਇਸ ਤਰ੍ਹਾਂ ਹੈ ਕਿ ਪਹਿਲਾਂ ਤਾਂ
ਪੜਤਾਲ 'ਚ ਕੀ ਨਿਕਲ ਕੇ ਸਾਹਮਣੇ ਆਇਆ ਉਹ ਦੱਸਣ ਤੋਂ ਪਹਿਲਾਂ ਬਾਬੇ ਦੇ ਪ੍ਰੇਮੀਆਂ ਨੂੰ, ਭਗਤਾਂ ਨੂੰ ਇਹ ਦੱਸ ਦਈਏ ਜੀ। ਕਿ ਫਿਕਰ ਕਰਨ ਦੀ ਕੋਈ ਲੋੜ ਨਹੀਂ। ਵੈਸੇ ਤਾਂ ਉਹਨਾਂ ਨੂੰ ਜਾਣਕਾਰੀ ਹੋਏਗੀ ਕਿ ਬਾਬਾ ਜੀ ਕਿਹੋ ਜਿਹੇ ਹਾਲਾਤ 'ਚ ਨੇ, ਹੂੰ। ਪਰ ਫਿਕਰ ਕਰਨ ਵਾਲੀ ਗੱਲ ਕੋਈ ਨਹੀਂ। ਬਾਬਾ ਜੀ ਦੀ ਸਿਹਤ ਬਿਲਕੁਲ ਠੀਕ ਹੈ, ਹੱਟੇ-ਕੱਟੇ ਨੇ, ਤੰਦਰੁਸਤ ਨੇ। ਪਹਿਲਾਂ ਜਿਹੜਾ ਉਹਨਾਂ ਦਾ ਖਬਰਾਂ ਆਈਆਂ ਸੀ ਕਿ ਭਾਰ ਘਟ ਗਿਆ ਥੋੜਾ ਜਿਹਾ ਜੀ। ਤੇ ਸ਼ਾਇਦ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ, ਦਾੜੀ ਚਿੱਟੀ ਹੋ ਗਈ ਹੈ, ਖਿਜਾਬ ਉਤਰ ਗਿਆ, ਰੰਗ ਲੱਥ ਗਿਆ ਹੈ। ਹੂੰ। ਪਰ ਦੁਬਾਰਾ ਖੁਸ਼ਖਬਰੀ ਵਾਲੀ ਗੱਲ ਇਹ ਹੈ ਕਿ ਡਾਈ ਉਹਨਾਂ ਨੂੰ ਮਿਲ ਗਈ ਹੈ ਜੇਲ੍ਹ ਵਿੱਚ ਲਾਉਣ ਲਈ, ਤੇ ਦਾੜੀ ਪੂਰੀ ਕਾਲੀ ਹੈ ਤੇ ਸਿਰ ਤੇ ਟੋਪੀ ਪਾ ਕੇ ਉਹਨਾਂ ਨੇ ਜਿਹੜੀ ਸਿੱਟ ਦੇ ਨਾਲ ਗੱਲਬਾਤ ਕੀਤੀ ਹੈ ਖੁੱਲੇ ਮਾਹੌਲ ਦੇ ਵਿੱਚ, ਤੇ ਆਪਣੇ ਰਾਜ ਭਾਗ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ। ਤੁਸੀਂ ਕਹਿੰਦੇ ਰਾਜ ਬਾਬਾ ਭਾਗ ਮੈਂ ਇਸ ਠੀਕ ਠਾਕ ਕਰਕੇ ਆ, ਤੇ ਪਰ ਜੀ। ਬਾਬਾ ਤੇ ਸਿਹਤ ਦੇ ਹਵਾਲੇ ਦੇ ਕੇ ਕਈ ਵਾਰੀ ਬਾਹਰ ਆਇਆ। ਇਹੋ ਹੀ ਗੱਲ ਹੈ, ਪਰ ਸਿਹਤ ਦੀ ਗੱਲ ਹੈ ਕਿ ਇੱਕ ਜਿਹੜਾ ਬਾਹਰੋਂ ਹੱਟਾ-ਕੱਟਾ ਦੇਖਣ ਨੂੰ ਵਿਅਕਤੀ ਅੰਦਰੋਂ ਵੀ ਕੁਝ ਖੋਖਲਾ ਹੋ ਸਕਦਾ ਹੈ। ਹੂੰ। ਪਰ ਜਿਹੜੀਆਂ ਉਹਨੂੰ ਪਿਛਲੇ ਦਿਨਾਂ ਦੇ ਵਿੱਚ ਛੋਟਾਂ ਦਿੱਤੀਆਂ ਗਈਆਂ ਸਿਹਤ ਨੂੰ ਲੈ ਕੇ, ਜਾਂ ਮਾਂ ਨੂੰ ਮਿਲਣ ਕਰਕੇ, ਜਾਂ ਹਨੀਪ੍ਰੀਤ ਨੂੰ ਮਿਲਣ ਕਰਕੇ, ਜਾਂ ਪ੍ਰੇਮੀਆਂ ਨੂੰ ਮਿਲਣ ਕਰਕੇ, ਉਹ ਜਿਹੜੀਆਂ ਗੱਲਾਂ ਸਨ ਕਿਸਾਨ ਅੰਦੋਲਨ ਦੇ ਚੱਲਣ ਤੋਂ ਬਾਅਦ ਹੀ ਜ਼ਿਆਦਾ ਆਈਆਂ। ਜੀ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਹਰਿਆਣਾ ਸਰਕਾਰ ਉਸ ਦਾ ਬਚਾਅ ਕਰਦੀ ਆਈ ਹੈ। ਹੁਣ ਪੰਜਾਬ ਸਰਕਾਰ, ਪੰਜਾਬ ਪੁਲਿਸ ਤੇ ਸਿੱਟ ਤੇ ਪੰਜਾਬ ਦਾ ਜੋ ਐਡਵੋਕੇਟ ਜਨਰਲ ਦਾ ਦਫ਼ਤਰ ਹੈ, ਇਹਨਾਂ ਵੱਲੋਂ ਹੁਣ ਕੋਸ਼ਿਸ਼ ਇਹੋ ਹੀ ਸੀ ਕਿ ਉਹਨੂੰ ਕਿਵੇਂ ਨਾ ਕਿਵੇਂ ਜਿਹੜਾ ਹੈ ਪੰਜਾਬ ਲਿਆਂਦਾ ਜਾਵੇ। ਜੀ। ਫਰੀਦਕੋਟ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਣਾ ਸੀ, ਪਰ ਉਹ ਇੱਕ ਦਿਨ ਪਹਿਲਾਂ ਹੀ ਜਿਹੜਾ ਸੀ ਉਸ ਤੋਂ ਛੋਟ ਲੈ ਗਿਆ ਕਿ ਮੈਂ ਵਿਅਕਤੀਗਤ ਤੌਰ ਤੇ ਇੱਥੇ ਪੇਸ਼ ਨਹੀਂ ਹੋਣਾ। ਹੂੰ। ਤੇ ਇਸ ਮਾਮਲੇ ਦੇ ਵਿੱਚ ਵੀ ਏਪੀਐਸ ਦਿਓਲ ਦੀ ਜਿਹੜੀ ਕਿਰਕਰੀ ਥੋੜੀ ਜਿਹੀ ਹੋ ਗਈ ਸੀ ਕਿ ਪੰਜਾਬ ਸਰਕਾਰ ਨੂੰ ਜਿਤਨੀ ਦਵਾ ਸਕੇ ਤੇ ਆਪਣੀ ਮਰਜ਼ੀ ਨਾਲ, ਜਿਵੇਂ ਅਦਾਲਤ ਦੇ ਵਿੱਚ ਜਿਹੜੀ ਗੱਲ ਕਰਨੀ ਸੀ ਜਾਂ ਪੁੱਛਗਿੱਛ ਕਰਨੀ ਸੀ, ਉਸ ਨੂੰ ਬੁਲਾ ਕੇ ਉਹ ਜਿਹੜੀ ਗੱਲ ਹੋ ਨਹੀਂ ਸੀ ਸਕੀ ਤੇ ਸਿੱਟ ਨੂੰ ਹੀ ਜਾਣਾ ਪਿਆ। ਜੀ। ਸਿੱਟ ਨੇ ਤਿਆਰੀ ਕੀਤੀ ਇਸ ਵਾਰੀ ਪੂਰੀ, ਇਸ ਤਰ੍ਹਾਂ ਦੀ ਤਿਆਰੀ ਜਿਹੜੀ ਬਾਬੇ ਦੇ ਮਾਮਲੇ ਵਿੱਚ ਪਹਿਲਾਂ ਕਦੇ ਨਹੀਂ ਹੋਈ। ਹੂੰ। ਤੁਸੀਂ ਯਾਦ ਕਰੋ ਉਹ ਦਿਨ ਜਦੋਂ ਪਹਿਲੀ ਵਾਰੀ ਸਜ਼ਾ ਹੋਈ ਸੀ ਤੇ ਜੱਜ ਨੇ ਸਜ਼ਾ ਸੁਣਾਈ, ਤੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੈਲੀਕਾਪਟਰ ਦੇ ਵਿੱਚ ਅਟੈਚੀ ਕੇਸ ਲੈ ਕੇ ਉਹ ਤੇ ਪੁਲਿਸ ਮੁਲਾਜ਼ਮਾਂ ਨੇ ਚੁੱਕੇ ਹੋਏ ਸੀ। ਇਸ ਤਰ੍ਹਾਂ ਬੈਠ ਗਿਆ ਜਿਵੇਂ ਛੁੱਟੀਆਂ ਤੇ ਜਾ ਰਿਹਾ ਹੋਵੇ ਕਿਸੇ ਹੌਲੀਡੇ ਵਾਸਤੇ। ਜੀ। ਹਨੀਪ੍ਰੀਤ ਵੀ ਨਾਲ ਸੀ। ਹੂੰ। ਖੈਰ ਰੌਲਾ ਰੱਪਾ ਪਿਆ ਤੇ ਉਸ ਦੀ ਗਾਜ ਜਿਹੜੀ ਸੀ ਛੋਟੇ ਇੱਕ ਦੋ ਮੁਲਾਜ਼ਮਾਂ ਤੇ ਡਿੱਗੀ ਹੈ ਕਿ ਉਹ ਨਾਲ ਕਿਉਂ ਇਸ ਤਰ੍ਹਾਂ ਉਹਨਾਂ ਨੇ ਅਟੈਚੀ ਚੁੱਕੇ। ਹੂੰ। ਗੱਲ ਅਟੈਚੀ ਚੁੱਕਣ ਦੀ ਨਹੀਂ ਸੀ। ਜੀ। ਹਨੀਪ੍ਰੀਤ ਕਿਵੇਂ ਨਾਲ ਉਸਦੇ ਹਰ ਵੇਲੇ ਜਿਹੜੀ ਸੀ ਉਹ ਹੈਲੀਕਾਪਟਰ ਦੇ ਵਿੱਚ ਬੈਠ ਗਈ। ਉਸ ਵੇਲੇ ਸੁਰੱਖਿਆ ਅਧਿਕਾਰੀ ਤੇ ਅਦਾਲਤ ਦਾ ਪ੍ਰੋਟੋਕਾਲ ਉਸ ਵੇਲੇ ਕਿੱਥੇ ਸੀ? ਜੀ। ਉਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਬੇ ਦੀ ਪੁੱਛ ਪੜਤਾਲ ਕਿੰਨੀ ਸੀ ਤੇ ਬਾਬੇ ਦਾ ਜ਼ੋਰ ਕਿੰਨਾ ਸੀ। ਹੂੰ। ਮੈਂ ਉਹਨਾਂ ਕੁਝ ਵਿਅਕਤੀਆਂ ਦੇ ਵਿੱਚੋਂ ਹਾਂ ਜਿਸ ਨੇ ਬਾਬੇ ਦੇ ਲਾਮ ਲਸ਼ਕਰ ਨੂੰ ਅੱਖੀਂ ਵੇਖਿਆ ਹੋਇਆ, ਉਹ ਡਰਾਮਾ ਅੱਖੀਂ ਵੇਖਿਆ ਹੋਇਆ ਕਿ ਕਿਵੇਂ ਵੱਡੀਆਂ ਵੱਡੀਆਂ ਕਰੋੜ 2-2 ਕਰੋੜ ਦੀਆਂ ਗੱਡੀਆਂ ਦੇ ਵਿੱਚ ਬਾਬਾ ਜਾਂਦਾ ਸੀ ਤੇ ਇੱਕੋ ਕਿਸਮ ਦੀਆਂ ਇੱਕੋ ਨੰਬਰ ਵਾਲੀਆਂ ਕਈ ਗੱਡੀਆਂ ਹੁੰਦੀਆਂ ਸੀ, ਜਦੋਂ ਇਹ ਪਤਾ ਨਹੀਂ ਸੀ ਲੱਗਦਾ ਕਿ ਕਿਹੜੀ ਦੇ ਵਿੱਚ ਬਾਬਾ ਬੈਠਾ ਹੋਇਆ। ਜੀ। ਤੇ ਸਾਰੀ ਦੁਨੀਆ ਨੂੰ ਆਸੇ-ਪਾਸੇ ਕਰਕੇ ਉਹਨਾਂ ਨੂੰ ਹਟਾ ਕੇ ਤੇ ਗੋਲੀ ਵਾਂਗੂ ਵਿੱਚੋਂ ਦੀ ਨਿਕਲ ਜਾਂਦਾ ਸੀ ਤੇ ਪੁਲਿਸ ਉਸ ਦੇ ਅੱਗੇ ਪਿੱਛੇ ਭੱਜੀ ਫਿਰਦੀ ਸੀ। Z+ ਸਿਕਿਉਰਿਟੀ ਸੀ। ਜੀ। Z+ ਸਿਕਿਉਰਿਟੀ ਨੇ ਇਸ ਦਾ ਦਿਮਾਗ ਖਰਾਬ ਕੀਤਾ। ਖੈਰ ਹਰਕਤਾਂ ਤੇ ਬਹੁਤ ਪੁਰਾਣੀਆਂ ਸਨ, ਪਰ ਉਸਨੇ ਜਿਹੜਾ ਚੱਜ ਚਾਲਾ ਫੜ ਲਿਆ, ਅਖੀਰ ਉਹ 3 ਉਮਰ ਕੈਦਾਂ ਇਸ ਵੇਲੇ ਭੋਗ ਰਿਹਾ। ਤਾਂ ਉਮਰ ਉਸਦੇ ਜ਼ਿੰਦਗੀ ਭਰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ। ਜੇ ਉੱਪਰਲੀ ਅਦਾਲਤ ਉਸਨੂੰ ਕੋਈ ਰਾਹਤ ਦੇ ਦਿੰਦੀ ਹੈ ਤਾਂ ਸ਼ਾਇਦ ਉਹ ਆ ਸਕੇ, ਪਰ ਇਸ ਵੇਲੇ ਸ਼ਿਕੰਜਾ ਉਸ ਦੁਆਲੇ ਪੂਰਾ ਕੱਸਿਆ ਹੋਇਆ। ਜੀ। ਸਰਕਾਰੀ ਤੰਤਰ ਨੂੰ ਜਿਵੇਂ ਮਰਜ਼ੀ ਚਲਾਉਂਦਾ ਸੀ। ਵੱਡੇ ਵੱਡੇ ਮੰਤਰੀ ਜਿਹੜੇ ਸੀ ਉਸਦੇ ਪੈਰਾਂ ਵਿੱਚ ਆ ਕੇ ਬੈਠਦੇ ਸਨ, ਪੰਜਾਬ ਦੇ ਵੀ ਹਰਿਆਣੇ ਦੇ ਵੀ। ਵੋਟ ਬੈਂਕ ਉਸ ਕੋਲ ਇੰਨਾ ਵੱਡਾ ਸੀ ਕਿ ਹਰ ਪਾਰਟੀ ਜਿਹੜੀ ਸੀ ਉਸ ਨੂੰ ਬਾਬੇ ਨੂੰ ਅਹਿਮ ਸਮਝਦੀ ਸੀ। ਹਰ ਪਾਰਟੀ ਨੇ ਉਸ ਨੂੰ ਵਰਤਿਆ ਔਰ ਉਸਨੇ ਫਿਰ ਮਨਾਹੀਆਂ ਕੀਤੀਆਂ, ਔਰ ਕਤਲ ਦੇ ਕੇਸਾਂ ਦੇ ਵਿੱਚ ਵੀ, ਬਲਾਤਕਾਰ ਦੇ ਕੇਸਾਂ ਦੇ ਵਿੱਚ ਵੀ ਅੱਜ ਬਾਬਾ ਅੰਦਰ ਹੈ। ਜੀ। ਹੁਣ ਜਿਹੜੇ ਮਾਮਲੇ ਦੇ ਵਿੱਚ ਉਸ ਤੋਂ ਪੁੱਛ ਪੜਤਾਲ ਹੋਣੀ ਸੀ ਉਹ ਸੀ ਬੇਅਦਬੀ ਦਾ, ਕਿਉਂਕਿ ਬੇਅਦਬੀ ਕਾਂਡ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ ਜੋ ਵੀ ਜਿੱਥੇ ਵੀ ਹੋਇਆ, ਉਹ ਸਾਰਿਆਂ ਨੂੰ ਪਤਾ ਹੈ ਕਿ 2015 ਦਾ ਜਿਹੜਾ ਕੇਸ ਰਜਿਸਟਰ ਹੈ, ਇਸ ਵਿੱਚ ਡੇਰਾ ਪ੍ਰੇਮੀਆਂ ਦੇ ਨਾਮ ਵੀ ਨਿਕਲ ਕੇ ਸਾਹਮਣੇ ਆਉਂਦੇ ਰਹੇ ਨੇ ਕਿ ਉਹੋ ਹੀ ਜ਼ਿੰਮੇਵਾਰ ਸਨ। ਹਾਲਾਂਕਿ ਪੁਲਿਸ ਇਸ ਨੂੰ ਸਾਫ਼ ਤੌਰ ਤੇ ਇਸ ਤਰ੍ਹਾਂ ਨਹੀਂ ਆਖ ਸਕਦੀ ਜਾਂ ਸਰਕਾਰ ਨਹੀਂ ਆਖ ਸਕਦੀ, ਪਰ ਮੀਡੀਆ ਰਿਪੋਰਟਸ ਤੇ ਜਿਹੜੀ SIT ਦੀ ਜਾਂਚ ਹੈ ਉਸ ਵਿੱਚ ਇਹੋ ਨਿਕਲ ਕੇ ਸਾਹਮਣੇ ਆਉਂਦਾ ਰਿਹਾ ਕਿ ਡੇਰਾ ਪ੍ਰੇਮੀਆਂ ਦੇ ਹੀ ਹੱਥ ਸਨ। ਉਹਨਾਂ ਦੀ ਹੀ ਲਿਖਤ ਹੁਣ ਵੀ ਮੈਚ ਹੋਈ ਹੈ। ਉਹਨਾਂ ਵਿੱਚੋਂ ਕਈਆਂ ਦੇ ਕਤਲ ਵੀ ਹੋਏ ਨੇ। ਜੇਲ੍ਹ ਦੇ ਵਿੱਚ ਇੱਕ ਨੂੰ ਜਿਹੜਾ ਸੀ ਮਾਰ ਦਿੱਤਾ ਗਿਆ ਸੀ ਇਸੇ ਕਰਕੇ। ਹੁਣ ਬੇਅਦਬੀ ਮਾਮਲੇ ਦੇ ਵਿੱਚ 2015 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਕੁ ਕਾਰਵਾਈਆਂ ਸਬਲੀਨ ਹੋਈਆਂ ਤੁਹਾਨੂੰ ਪਤਾ ਹੈ। ਜੀ। ਅਕਾਲੀ ਸਰਕਾਰ ਸੁੱਤੀ ਰਹੀ ਹੈ ਪਹਿਲਾਂ, ਫਿਰ ਕੈਪਟਨ ਸਾਹਿਬ ਸੁੱਤੇ ਰਹੇ ਨੇ। ਐਡਵੋਕੇਟ ਜਨਰਲ ਦਾ ਅਹੁਦਾ ਜਿਹੜਾ ਸੀ ਉਹ ਅਹੁਦੇ ਤੇ ਕੋਈ ਬੈਠਾ ਤਾਂ ਸੀ, ਪਰ ਉਸਨੇ ਕੰਮ ਨਾ ਕੀਤਾ। ਹੁਣ ਜਦੋਂ ਸਿੱਟ ਬਣਾਈ ਗਈ
ਤੇ ਇਸ ਸਿੱਟ ਨੂੰ 6 ਮਹੀਨਿਆਂ ਦੇ ਵਿੱਚ ਆਪਣਾ ਕੰਮ ਜਿਹੜਾ ਸੀ ਮੁਕੰਮਲ ਕਰਨ ਲਈ ਆਖਿਆ ਗਿਆ, ਕਿਉਂਕਿ ਸਰਕਾਰ ਕੋਲ ਸਮਾਂ ਤੇ ਹੈ ਨਹੀਂ। ਇਹਨਾਂ ਨੂੰ ਇੰਨੀ ਕੁ ਕਾਮਯਾਬੀ ਮਿਲੀ ਕਿ ਭਾਈ ਤੁਸੀਂ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਜਿਹੜਾ ਪੁੱਛਗਿੱਛ ਕਰਿਆਓ, ਇੱਥੇ ਬਾਬਾ ਨਹੀਂ ਆਉਣ ਵਾਲਾ ਜੀ। ਹੁਣ ਅਦਾਲਤ ਤੋਂ ਛੋਟ ਮਿਲੀ ਹੋਈ ਸੀ। ਉਸ ਨੂੰ ਕਹਿੰਦੇ ਨੇ ਕਿ 3-4 ਦਰਜਨਾਂ ਜਿਹੜੇ ਸਵਾਲ ਸੀ, ਕੋਈ 50-60 ਸਵਾਲ ਮੂਲ ਰੂਪ ਵਿੱਚ ਪੁੱਛੇ ਗਏ ਜਾਂ ਜਾਣੇ ਸਨ, ਪਰ ਫਿਰ ਕ੍ਰਾਸ ਕੁਐਸਚਨਿੰਗ ਦੇ ਵਿੱਚੋਂ ਜਿਵੇਂ ਸਵਾਲ ਦੇ ਵਿੱਚੋਂ ਸਵਾਲ ਨਿਕਲ ਕੇ ਸਾਹਮਣੇ ਆਉਂਦਾ ਤੇ 114 ਸਵਾਲ ਬਾਬੇ ਨੂੰ ਕੀਤੇ ਗਏ, ਜਿਨ੍ਹਾਂ ਵਿੱਚੋਂ ਕੁਝ ਦੇ ਸਵਾਲ ਉਸਨੇ ਗੋਲ ਮੋਲ ਦਿੱਤੇ ਤੇ ਟਾਲ ਮਟੋਲ ਵੀ ਕੀਤੀ। ਉਹ ਬਿਲਕੁਲ ਉੱਥੇ ਬੈਠਾ ਰਿਹਾ ਲੰਬਾ ਸਮਾਂ। ਸਿੱਟ ਜਿਹੜੀ ਸੀ, ਪੜਤਾਲ ਕਮੇਟੀ ਜਿਹੜੀ ਗਈ ਹੋਈ ਸੀ, ਉਹ ਉੱਥੇ ਬੈਠੀ ਰਹੀ ਹੈ। ਉਹਨਾਂ ਦੇ ਨਾਲ ਵੱਡਾ ਲਾਮ ਲਸ਼ਕਰ ਵੀ ਗਿਆ ਹੋਇਆ ਸੀ, ਜਿਸ ਵਿੱਚ ਮੀਡੀਆ ਵੀ ਸ਼ਾਮਲ ਸੀ। 14 ਗੱਡੀਆਂ ਦੱਸੀਆਂ ਜਾਂਦੀਆਂ ਹਨ ਕਿ ਗਈਆਂ ਸਨ, ਪਰ ਉਹਨਾਂ ਵਿੱਚੋਂ ਸਾਰੀਆਂ ਨੂੰ ਵਾਪਸ ਮੋੜ ਦਿੱਤਾ ਗਿਆ। ਉੱਥੋਂ ਮੁੱਢੋਂ ਮੋੜ ਦਿੱਤਾ ਗਿਆ ਕਿ 3 ਵਿਅਕਤੀ ਹੀ ਅੰਦਰ ਜਾ ਸਕਦੇ ਨੇ। ਜਦੋਂ ਸਾਰੇ ਉਸਦੇ ਬਿਆਨ ਲਿਖ ਲਏ ਗਏ, ਦਰਜ ਕੀਤੇ ਗਏ, ਤੇ ਉਸ ਤੋਂ ਬਾਅਦ ਜਿਹੜਾ ਸੀ ਉਹ ਬਿਆਨ ਪੜ੍ਹ ਕੇ ਵੀ ਉਸਨੂੰ ਸੁਣਾਏ ਗਏ ਤੇ ਸਾਈਨ ਕਰਵਾਏ ਗਏ ਕਿ ਤੁਸੀਂ ਜੋ ਕੁਛ ਆਖਿਆ ਸਹੀ ਆਖਿਆ। ਇੰਨਾ ਕੁਝ ਹੋਇਆ। ਉਹ ਡਿਟੇਲ ਨਹੀਂ ਜਿਹੜੀ ਕਮੇਟੀ ਨੇ ਅਜੇ ਤੱਕ ਜ਼ਾਹਰ ਕੀਤੀ, ਕਿਉਂਕਿ ਉਹ ਗੁਪਤ ਰਹੇਗੀ, ਸ਼ਾਇਦ ਬਾਅਦ ਵਿੱਚ ਉਹ ਸਾਹਮਣੇ ਆਵੇ। ਪਰ ਉਸ ਤੋਂ ਬਿਨਾਂ ਇੱਕ ਰਿਪੋਰਟ ਜਿਹੜੀ ਹੈ ਉਹ ਕਮੇਟੀ ਨੇ, ਜਿਹੜੀ ਹੈ ਸਾਡੀ ਸਿੱਟ ਹੈ, ਉਹਨਾਂ ਨੇ ਮੀਡੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਸਰਕਾਰ ਸ਼ਾਇਦ ਇਸ ਮਾਮਲੇ ਵਿੱਚ ਸੱਚੇ ਬਣਨ ਦਾ ਯਤਨ ਕਰ ਰਹੀ ਕਿ ਦੇਖੋ ਅਸੀਂ ਕਾਰਵਾਈ ਕਰ ਰਹੇ ਹਾਂ, ਬਾਬੇ ਤੇ ਕਾਰਵਾਈ ਹੋ ਰਹੀ ਹੈ ਤੇ ਅਸੀਂ ਇਸ ਮਾਮਲੇ ਦੇ ਵਿੱਚ ਪੂਰੇ ਸੁਹਿਰਦ ਹਾਂ। ਇਹ ਕੰਮ ਪਹਿਲੀ ਵਾਰੀ ਹੋਇਆ ਜੋ ਕਦੇ ਨਹੀਂ ਹੋਇਆ। ਬਾਬੇ ਦੇ ਤਾਂ ਗੁਫਾ ਦੇ ਵਿੱਚ ਕੋਈ ਅੱਜ ਤੱਕ ਜਾ ਨਹੀਂ ਸਕਿਆ, ਉਸਦੇ ਡੇਰੇ ਦੇ ਅੰਦਰ ਕੋਈ ਅੱਜ ਤੱਕ ਵੜ ਨਹੀਂ ਸਕਿਆ, ਤੇ ਉਸਦੀ ਸੁਨਾਰੀਆ ਜੇਲ੍ਹ ਵਿੱਚੋਂ ਅੱਜ ਤੱਕ ਕੋਈ ਵੀਡੀਓ ਜਾਂ ਫੋਟੋ ਸਪਸ਼ਟ ਰੂਪ ਦੇ ਵਿੱਚ ਨਿਕਲ ਕੇ ਸਾਹਮਣੇ ਨਹੀਂ ਆਈ। ਇੰਨਾ ਦਬਦਬਾ ਹੈ ਉਸਦਾ ਅੱਜ ਵੀ। ਸਰਕਾਰਾਂ ਇੰਨਾ ਭੇਤ ਰੱਖਣਾ ਚਾਹੁੰਦੀਆਂ ਨੇ, ਇੰਨੀ ਪ੍ਰੋਟੈਕਸ਼ਨ ਹੈ। 3 ਉਮਰ ਕੈਦਾਂ ਭੋਗ ਰਿਹਾ ਬੰਦੇ ਨੂੰ ਇੰਨੀ ਪ੍ਰੋਟੈਕਸ਼ਨ ਦੇਣੀ ਸਰਕਾਰਾਂ ਦੀ ਸਮਝ ਨਹੀਂ ਆਉਂਦੀ। ਪਰ ਉਸਨੂੰ ਤੇ ਜ਼ਮਾਨਤਾਂ ਵੀ ਤੇ ਪੈਰੋਲ ਵੀ ਇੰਨੀਆਂ ਮਿਲੀਆਂ ਨੇ, ਜਿਨ੍ਹਾਂ ਤੇ ਫਿਰ ਜਦੋਂ ਰੌਲਾ ਪਿਆ ਤੇ ਫਿਰ ਜਿਹੜਾ ਉਹਨਾਂ ਨੂੰ ਦੇਣੀਆਂ ਬੰਦ ਕੀਤੀਆਂ ਗਈਆਂ ਨੇ। ਹੁਣ ਇਹ ਕਮੇਟੀ ਸਿੱਟ ਜਿਹੜੀ ਹੈ ਇਹ ਇਸ ਰਿਪੋਰਟ ਨੂੰ ਕਿੰਨੀ ਛੇਤੀ ਤਿਆਰ ਕਰਦੀ ਤੇ ਇਸ ਤੋਂ ਕੀ ਜ਼ਾਹਰ ਹੁੰਦਾ, ਇਸ ਗੱਲ ਦਾ ਅਜੇ ਪਤਾ ਨਹੀਂ। ਪਰ ਜਿਹੜੇ ਸ਼ਰਧਾਲੂ ਨੇ ਉਸਦੇ ਮਗਰ ਅਜੇ ਵੀ ਲੱਗੇ ਹੋਏ ਨੇ, ਔਰ ਬੇਅਦਬੀ ਕਾਂਡ ਵਿੱਚ ਉਸਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਜਿਹੜੀ ਉਹ ਤਾਂ ਕਾਮਯਾਬ ਨਹੀਂ ਹੋ ਸਕੀ। ਪਰ ਉੱਥੇ ਜਾ ਕੇ ਜਿੰਨੀ ਪੁੱਛਗਿੱਛ ਕੀਤੀ ਇਸ ਦੀ ਪੂਰੀ ਡਿਟੇਲ ਜਿਹੜੀ ਹੈ ਉਹ ਜਿਹੜੀ ਹੈ ਉਹ ਮੀਡੀਆ ਨੂੰ ਦਿੱਤੀ ਗਈ ਹੈ। ਔਰ ਸ਼ੁਰੂ ਤੋਂ ਲੈ ਕੇ ਇਸ ਵਕਤੇ ਤੋਂ ਲੈ ਕੇ ਜਦੋਂ ਟੀਮ ਉੱਥੇ ਪਹੁੰਚੀ ਹੈ, ਸਾਰੀ ਦੀ ਸਾਰੀ ਜਿਹੜੀ ਹੈ ਡਿਟੇਲ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਗਈ। ਤੇ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪ੍ਰੋਡਕਸ਼ਨ ਬਰੰਟ ਤੇ ਭਾਵੇਂ ਉਹਨੂੰ ਅਸੀਂ ਨਹੀਂ ਲਿਆ ਸਕੇ, ਪਰ ਫਿਰ ਵੀ ਜਿਹੜਾ ਅਸੀਂ ਉਸ ਨੂੰ ਅਸੀਂ ਖਿੱਚਿਆ ਤੇ ਉਸ ਮਾਮਲੇ ਦੀ ਜਾਂਚ ਜਲਦੀ ਅਦਾਲਤ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੋਵੇਗੀ। ਕੁਲਦੀਪ ਜੀ, ਇਸ ਮਾਮਲੇ 'ਚ ਅਦਾਲਤ ਨੇ 6 ਮਹੀਨੇ ਦਾ ਟਾਈਮ ਦਿੱਤਾ ਸੀ ਸਿੱਟ ਨੂੰ, ਤੇ ਅੱਜ 6 ਮਹੀਨੇ ਤੇ 2 ਦਿਨ ਹੋ ਗਏ ਨੇ। ਇਸ ਮਾਮਲੇ ਨੂੰ ਇੰਨਾ ਲਟਕਾਇਆ ਜਾ ਰਿਹਾ ਕਿ ਕਾਂਗਰਸ ਸਰਕਾਰ ਆਪਣੇ ਕਾਰਜਕਾਲ 'ਚ ਲੋਕਾਂ ਨੂੰ ਇਨਸਾਫ ਦੇ ਦੇਗੀ ਜਾਂ ਫਿਰ ਮੂੰਹ ਛੁਪਾ ਕੇ ਲੋਕਾਂ ਕੋਲ ਜਾਣਗੇ? ਇਨਸਾਫ ਇੰਨੀ ਛੇਤੀ ਨਹੀਂ ਆਉਣ ਵਾਲਾ। ਅਜੇ ਤੇ ਜਾਂਚ ਦਾ ਕੰਮ ਮੁਕੰਮਲ ਨਹੀਂ ਹੋਇਆ। ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ ਕਿ 6 ਮਹੀਨੇ ਹੋ ਗਏ ਨੇ, ਤੁਸੀਂ ਕਿਹਾ ਸੀ 6 ਮਹੀਨਿਆਂ ਵਿੱਚ ਰਿਪੋਰਟ ਦਾਖਲ ਹੋਵੇਗੀ, ਉਹ ਰਿਪੋਰਟ ਕਿੱਥੇ ਹੈ? ਉਹ ਰਿਪੋਰਟ ਨਹੀਂ ਹੋ ਰਹੀ। ਅਜੇ ਤੱਕ ਤਾਂ ਬਾਬੇ ਤੋਂ ਪੁੱਛ ਪੜਤਾਲ ਹੁਣ ਹੋਈ ਹੈ। ਹੋ ਸਕਦਾ ਹੈ ਕਮੇਟੀ ਕੱਲ੍ਹ ਨੂੰ ਕਹਿ ਦੇਵੇ ਵੀ ਇੱਕ ਵਾਰੀ ਅਸੀਂ ਹੋਰ ਉਸ ਤੋਂ ਸਵਾਲ ਕੁਝ ਪੁੱਛਣੇ ਨੇ ਜਾਂ ਫਲਾਣੇ ਗਵਾਹ ਕੋਲੋਂ ਪੁੱਛਣੇ ਨੇ। ਇਹ 6 ਮਹੀਨੇ ਨਹੀਂ, 6 ਸਾਲ ਵੀ ਲੱਗ ਸਕਦੇ ਨੇ। ਇੱਕ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਦੀ SIT ਦੀ ਰਿਪੋਰਟ ਬਾਰੇ ਅਦਾਲਤ ਨੇ ਟਿੱਪਣੀਆਂ ਕੀਤੀਆਂ ਸੀ, ਜੇ ਇੰਨੀ ਜ਼ਿਆਦਾ ਤੇਜ਼ੀ ਦੇ ਨਾਲ ਅਦਾਲਤ ਦੇ ਵਿੱਚ ਮਾਮਲਾ ਜਾਂਦਾ ਹੈ ਫਿਰ, ਤੇ ਐਡਵੋਕੇਟ ਜਨਰਲ ਜਿਨ੍ਹਾਂ ਨੇ ਸਾਡੇ ਕੇਸ ਦੀ ਪੈਰਵਾਈ ਕਰਨੀ ਹੈ ਤੇ ਕਰਵਾਉਣੀ ਹੈ, ਅਦਾਲਤ ਦੇ ਸਾਹਮਣੇ ਤੱਥ ਪੇਸ਼ ਕਰਨੇ ਨੇ, ਜੇ ਉਹਨਾਂ ਵੱਲੋਂ ਚੰਗੀ ਤਰ੍ਹਾਂ ਪੈਰਵਾਈ ਨਹੀਂ ਕੀਤੀ ਜਾਂਦੀ ਤੇ ਇੱਕ ਵਾਰੀ ਫੇਰ ਮਾਮਲਾ ਖਟਾਈ 'ਚ ਪੈ ਸਕਦਾ ਹੈ। ਤੇ ਜਿਵੇਂ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਚੁੱਕ ਕੇ ਅਦਾਲਤ ਨੇ ਬਾਹਰ ਮਾਰੀ ਹੈ, ਤੇ ਇਹ ਵੀ ਇਸ ਗੱਲ ਦਾ ਕੀ ਸਬੂਤ ਹੈ ਸਾਡੇ ਕੋਲ ਕਿ ਇਸ ਸਿੱਟ ਦੀ ਰਿਪੋਰਟ ਨੂੰ ਜਿਹੜੀ ਹੈ ਅਦਾਲਤ ਮੰਨ ਲਵੇਗੀ ਤੇ ਇਸ ਨੂੰ ਐਕਸੈਪਟ ਕਰਕੇ ਬਾਬੇ ਤੇ ਕਾਰਵਾਈ ਕੋਈ ਨਾ ਕੋਈ ਹੋਵੇਗੀ। ਇਹ ਇਕੱਲੀ ਬੇਅਦਬੀ ਕਾਂਡ ਦੀ ਗੱਲ ਨਹੀਂ ਹੈ। ਚਲੋ, ਬਾਬੇ ਤੋਂ ਪੁੱਛਗਿੱਛ ਕਰਨ ਵਾਸਤੇ ਇੱਕ ਸਮਾਂ ਚਾਹੀਦਾ ਸੀ, ਅਦਾਲਤਾਂ ਤੋਂ ਪਰਮਿਸ਼ਨ ਚਾਹੀਦੀ ਸੀ, ਪਰ ਇਹ ਦੱਸੋ ਗੋਲੀ ਕਾਂਡ ਦੀ ਜਾਂਚ ਕਰਨੀ ਤਾਂ ਸਾਰੀ ਆਪਣੇ ਹੱਥ ਵੱਸ ਹੈ। ਬਿਲਕੁਲ, ਗੋਲੀ ਕਾਂਡ ਦੀ ਜਾਂਚ ਕਿਉਂ ਨਹੀਂ ਮੁਕੰਮਲ ਹੋ ਸਕੀ ਹੁਣ ਤੱਕ? ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਜਿਸ ਅਫਸਰ ਦੀ ਜਾਂਚ ਚੱਲ ਰਹੀ ਸੀ ਉਸ ਨੂੰ ਮੁਅੱਤਲ ਕੀਤਾ ਗਿਆ ਸੀ, ਉਸ ਨੂੰ ਬਹਾਲ ਕਰ ਦਿੱਤਾ ਜਾਂਦਾ ਹੈ। ਸਾਡੇ ਗ੍ਰਹਿ ਮੰਤਰੀ ਕਹਿ ਰਹੇ ਨੇ ਕਿ ਇਹ ਜਿਹੜਾ ਬਹਾਲੀ ਦਾ ਹੁਕਮ ਹੈ ਕੈਪਟਨ ਦੇ ਵੇਲੇ ਆ ਗਿਆ ਸੀ। ਇਹਦਾ ਮਤਲਬ ਤੁਸੀਂ ਕਲੀਅਰ ਤੇ ਕਰੋ ਕਿ ਤੁਸੀਂ ਚਾਹੁੰਦੇ ਨਹੀਂ ਸੀ,
ਕਿ ਇਹ ਬਹਾਲ ਹੋਣ। ਜੇ ਨਹੀਂ ਚਾਹੁੰਦੇ ਸੀ ਤੇ ਤੁਸੀਂ ਅੱਜ ਵੀ ਗ੍ਰਹਿ ਮੰਤਰੀ ਹੋ, ਫਿਰ ਤੁਸੀਂ ਬਹਾਲ ਕਿਉਂ ਹੋਣ ਦਿੰਦੇ ਹੋ? ਤੁਸੀਂ ਮੁੱਖ ਮੰਤਰੀ ਅੱਜ ਨਵੇਂ ਨੇ, ਗ੍ਰਹਿ ਮੰਤਰੀ ਨਵੇਂ ਨੇ, ਸਾਰੀ ਵਜ਼ਾਰਤ ਨਵੀਂ ਹੈ, ਫਿਰ ਹੁਕਮ ਪੁਰਾਣੇ ਕਿਉਂ ਚੱਲੇ? ਬਿਲਕੁਲ। ਤੁਸੀਂ ਕਿਉਂ ਉਹਨਾਂ ਦੀ ਗੱਲ ਨੂੰ ਮੰਨ ਰਹੇ ਹੋ? ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਸਰਕਾਰ ਵਿੱਚ ਸਭ ਅੱਛਾ ਨਹੀਂ ਹੈ। ਦੱਬ ਘੁੱਟ ਕੇ ਮਾਮਲੇ ਦੇ ਵਿੱਚ ਸਮਾਂ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੰਨੀ ਜਲਦੀ ਸਵਲੀਨ ਤੁਸੀਂ ਤੇ ਹੋਰ ਬਹੁਤ ਸਾਰੇ ਲੋਕ ਬੇਅਦਬੀ ਮਾਮਲੇ ਦੇ ਵਿੱਚ ਤੇ ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਹਾਂ, ਅਸੀਂ ਉਮੀਦ ਕਰ ਰਹੇ ਹਾਂ ਕਿ ਕੋਈ ਨਾ ਕੋਈ ਨਿਕਲ ਕੇ ਸਾਹਮਣੇ ਆਵੇ ਤੇ ਸਹੀ ਹੋਵੇ, ਉਹ ਉਨੀ ਛੇਤੀ ਹੋਣ ਵਾਲਾ ਨਹੀਂ ਹੈ, ਜਿੱਥੇ ਮਰਜ਼ੀ ਲਿਖ ਲਓ। ਜੀ ਕੁਲਦੀਪ ਜੀ, ਮੁੱਦਿਆਂ ਤੇ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਤੁਸੀਂ ਬ੍ਰੇਕ ਤੋਂ ਪਹਿਲਾਂ ਸਿੱਧੂ ਸਾਹਿਬ ਦਾ ਜ਼ਿਕਰ ਕੀਤਾ, ਨਵਜੋਤ ਸਿੰਘ ਸਿੱਧੂ ਦਾ, ਤੇ ਉਹ ਕਦੇ ਪਾਵਰਫੁਲ ਨਜ਼ਰ ਆਉਂਦੇ ਨੇ ਤੇ ਕਦੇ ਪਾਵਰਲੈਸ ਨਜ਼ਰ ਆਉਂਦੇ ਨੇ। ਜੇ ਕੱਲ ਦੀ ਪ੍ਰੈਸ ਕਾਨਫਰੰਸ ਦੀ ਗੱਲ ਕਰੀਏ ਤੇ ਪਹਿਲਾਂ ਕੈਪਟਨ ਸਾਹਿਬ ਨੂੰ ਦਬਲ ਰਹੇ ਸੀ ਤੇ ਫਿਰ ਲੱਗਦੇ ਹੱਥ ਉਹਨਾਂ ਨੇ ਚੰਨੀ ਸਰਕਾਰ ਨੂੰ ਵੀ ਰਗੜਾ ਲਾਤਾ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਉਹ ਤੇਜ਼ ਤਰਾਰ ਹਮਲੇ ਜਿਹੜੇ ਨੇ ਆਪਣੀ ਹੀ ਸਰਕਾਰ ਤੇ ਬੋਲ ਰਹੇ ਨੇ, ਉਹਦਾ ਕੋਈ ਸਿਆਸਤ ਤੇ ਅਸਰ ਪੈਣਾ? ਦੇਖੋ, ਮਿਸਗਾਈਡਡ ਮਿਜ਼ਾਈਲ ਦਾ ਨਾਮ ਵੀ ਉਹਨਾਂ ਨੂੰ ਦਿੱਤਾ ਸੀ ਕਾਗੂ ਨੇ ਜੀ। ਉਹਦਾ ਮਤਲਬ ਇਹ ਹੈ ਕਿ ਉਹ ਕਿਤੇ ਵੀ ਡਿੱਗ ਸਕਦੀ, ਕਿਸੇ ਦਾ ਵੀ ਨੁਕਸਾਨ ਕਰ ਸਕਦੀ, ਵਿੱਚ ਹੀ ਆਪਣਾ। ਹੁਣ ਜਿਹੜੀ ਟਕੋਰਾਂ ਜੀਆਂ ਨਾ, ਉਹ ਤੇ ਸਾਰੇ ਕਾਂਗਰਸ ਦੇ ਆਗੂ ਤੇ ਅਕਾਲੀ ਵੀ ਤੇ ਕੈਪਟਨ ਅਮਰਿੰਦਰ ਸਿੰਘ ਵੀ, ਸਾਰਿਆਂ ਨੇ ਨਵਜੋਤ ਸਿੰਘ ਸਿੱਧੂ ਤੇ ਸਮੇਂ-ਸਮੇਂ ਤੇ ਕੀਤੀਆਂ ਨੇ ਜੀ। ਪਰ ਜਿਸ ਤਰ੍ਹਾਂ ਨਿਧੜਕ ਹੋ ਕੇ ਨਵਜੋਤ ਸਿੰਘ ਸਿੱਧੂ ਬੋਲੇ ਨੇ ਪਿਛਲੇ ਦਿਨਾਂ ਦੇ ਵਿੱਚ, ਸਿਰਫ ਔਰ ਸਿਰਫ ਮੁੱਦਿਆਂ ਦੀ ਗੱਲ ਕੀਤੀ ਹੈ ਜੀ। ਉਸ ਮਾਮਲੇ ਦੇ ਵਿੱਚ ਉਹਨਾਂ ਦਾ ਕੋਈ ਜਵਾਬ ਨਹੀਂ ਹੈ। ਮੈਂ ਮੰਨਾਂਗਾ ਇਸ ਗੱਲ ਨੂੰ ਕਿ ਨਿਰਪੱਖ ਪੱਤਰਕਾਰੀ ਦੇ ਗੱਲ ਕਰਨ ਦੇ ਤਾਂ ਬਣਦੀ ਹੈ, ਪਰ ਫਿਰ ਵੀ ਨਵਜੋਤ ਸਿੰਘ ਸਿੱਧੂ ਨੇ ਜਿਵੇਂ ਗੱਲ ਕੀਤੀ ਹੈ ਪੰਜਾਬ ਦੀ, ਪੰਜਾਬ ਦੇ ਹੱਕਾਂ ਦੀ, ਤੇ ਮੁੱਦੇ ਉਠਾਏ ਨੇ ਜੀ, ਬਾਕੀ ਬੰਦੇ ਬੌਨੇ ਜਾਪਦੇ ਨੇ ਉਹਨਾਂ ਦੀ ਇਸ ਸੋਚ ਦੇ ਮੁਕਾਬਲੇ। ਚਾਹੇ ਉਹ ਮਨੀਸ਼ ਤਿਵਾੜੀ ਹੋਵੇ, ਚਾਹੇ ਉਹ ਰਵਨੀਤ ਬਿੱਟੂ ਹੋਵੇ, ਚਾਹੇ ਸੁਨੀਲ ਜਾਖੜ ਹੋਵੇ, ਤੇ ਬਾਕੀ ਦੀ ਤੇ ਗੱਲ ਹੀ ਕੀ ਕਰਨੀ। ਇਹਨਾਂ ਸਾਰੇ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਰ ਜਦੋਂ ਪੱਤਰਕਾਰਾਂ ਦੇ ਜਦੋਂ ਤੇ ਖੁਦ ਬਖੁਦ ਗੱਲ ਕਰਦੇ ਨੇ, ਕਿਤੇ ਬੈਠ ਕੇ ਟਵੀਟ ਕਰਦੇ ਨੇ ਜਾਂ ਵੀਡੀਓ ਪਾਉਂਦੇ ਨੇ, ਉਦੋਂ ਇੱਕ ਵੱਖਰਾ ਰੰਗ ਹੁੰਦਾ ਹੈ। ਤੇ ਜਦੋਂ ਪੱਤਰਕਾਰਾਂ ਦੇ ਸਾਹਮਣੇ ਬੈਠ ਕੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਗੱਲ ਜਿਹੜੀ ਹੈ ਥੋੜ੍ਹੀ ਜਿਹੀ ਵੱਖਰੀ ਹੋ ਜਾਂਦੀ ਹੈ। ਸਿੱਧੂ ਦੀ ਗੱਲ ਸਮਝਣ ਲਈ ਥੋੜ੍ਹਾ ਜਿਹਾ ਡੂੰਘਾਈ ਵਿੱਚ ਜਾਣਾ ਪੈਂਦਾ, ਪਰ ਇੱਕ ਵਾਰੀ ਤੁਸੀਂ ਉਸ ਪੱਧਰ ਤੇ ਪਹੁੰਚ ਜਾਂਦੇ ਹੋ ਤਾਂ ਫਿਰ ਉਹਨਾਂ ਦੀਆਂ ਸਾਰੀਆਂ ਗੱਲਾਂ ਸਮਝ ਆ ਜਾਂਦੀਆਂ ਨੇ ਜੀ। ਉਹ ਦੋ ਮੁੱਦੇ ਨੇ, ਉਹ ਦੋ ਦੇ ਵੀ ਤਿੰਨ ਨੇ। ਪਹਿਲਾ ਇਹ ਕਿ ਪੰਜਾਬ ਦੇ ਬਾਰੇ ਜਿਹੜੇ ਮੁੱਦਿਆਂ ਦੀ ਉਹ ਗੱਲ ਕਰਦੇ ਨੇ, ਵਾਕਿਆ ਹੀ ਅਸਲ ਵਿੱਚ ਪੰਜਾਬ ਦੇ ਸਾਹਮਣੇ ਖਲੋਤੇ ਉਹੋ ਹੀ ਮੁੱਦੇ ਨੇ, ਜਿਨ੍ਹਾਂ ਵਿੱਚ ਬੇਅਦਬੀ ਕਾਂਡ ਤੇ ਗੋਲੀ ਕਾਂਡ ਦੀ ਜਾਂਚ ਨੂੰ ਅਸੀਂ ਅਲੱਗ ਵੀ ਕਰ ਦੇਈਏ, ਪਰ ਬਾਕੀਆਂ ਨੂੰ ਮੁੱਦਿਆਂ ਨੂੰ ਅਸੀਂ ਗਿਣ ਲਈਏ, ਜਿਨ੍ਹਾਂ ਵਿੱਚ ਬਿਜਲੀ ਸਮਝੌਤੇ, ਰੇਤ, ਟਰਾਂਸਪੋਰਟ, ਸਾਰਾ ਕੁਛ ਆ ਜਾਂਦਾ ਹੈ ਜੀ। ਉਹ ਸਾਰੇ ਜਿਹੜੇ ਨੇ ਵਾਕਿਆ ਹੀ ਪੰਜਾਬ ਦੇ ਅਸਲੀ ਮੁੱਦੇ ਨੇ ਜੀ। ਇੱਕ ਗੱਲ। ਦੂਸਰੀ ਗੱਲ ਇਹ ਹੈ ਕਿ ਉਹਨਾਂ ਦੇ ਦਿਮਾਗ 'ਚ ਗੱਲ ਘਰ ਕਰ ਚੁੱਕੀ ਹੈ ਕਿ ਇਹ ਮੁੱਦੇ ਹੀ ਮੂਹਰੇ ਰੱਖਣੇ ਨੇ ਤੇ ਮੈਂ ਇਹਨਾਂ ਦੇ ਹਿਸਾਬ ਨਾਲ ਹੀ ਚੱਲਣਾ ਜੀ। ਹੁਣ ਜਿਹੜੀ ਗੱਲ ਹੈ ਕਿ ਜੇ ਉਹਨਾਂ ਨੂੰ ਸਮਝਣ ਦੀ ਜਿਹੜੀ ਮੈਂ ਗੱਲ ਕੀਤੀ ਸੀ, ਕਿ ਸਮਝਣ ਲਈ ਦੂਸਰਾ ਪੁਆਇੰਟ ਇਹ ਹੈ ਕਿ ਇੱਥੇ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਹੈ, ਜਿਹੜੀ ਉਹਨਾਂ ਨੇ ਪੱਤਰਕਾਰ ਸੰਮੇਲਨ ਦੇ ਵਿੱਚ ਕੱਲ੍ਹ ਗੱਲ ਕੀਤੀ ਹੈ ਕਿ ਭਾਈ ਮੈਂ ਸੀਐਮ ਚੰਨੀ ਨੂੰ ਸੀਐਮ ਬਣਾਉਣ ਵਾਸਤੇ ਮੇਰਾ ਕੋਈ ਹੱਥ ਨਹੀਂ, ਇਹ ਹਾਈ ਕਮਾਂਡ ਹੈ। ਨੋ ਕਹਿੰਦੇ ਬਿਲਕੁਲ ਮੇਰਾ ਕੋਈ ਹੱਥ ਨਹੀਂ। ਇੱਥੋਂ ਵੀ ਤੇ ਉਹਨਾਂ ਦੀਆਂ ਪਹਿਲੀਆਂ ਗੱਲਾਂ ਤੋਂ ਵੀ ਜਿਹੜੀ ਇੱਕ ਵੀਡੀਓ ਵੀ ਆਈ ਸੀ, ਜਿਸ ਵਿੱਚ ਉਹ ਮੁੱਖ ਮੰਤਰੀ ਦੇ ਬਾਰੇ ਬੋਲ ਰਹੇ ਨੇ ਤੇ ਗੱਲ ਕਰ ਰਹੇ ਨੇ ਪ੍ਰਗਟ ਸਿੰਘ ਦੇ ਨਾਲ, ਤੇ ਫਿਰ ਉੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਵੱਡੀ ਕੁਰਸੀ ਦੇ ਚਾਹਵਾਨ ਉਹ ਹਨ ਜਿੱਥੇ ਫੈਸਲੇ ਲੈਣ ਦੀ ਹਿੰਮਤ ਹੋਵੇ ਤੇ ਫੈਸਲੇ ਲੈਣ ਦੀ ਤਾਕਤ ਕੋਲ ਹੋਵੇ। ਕੱਲ ਇਹੀ ਗੱਲ ਉਹਨਾਂ ਨੂੰ ਪ੍ਰੈਸ ਕਾਨਫਰੰਸ 'ਚ ਪੱਤਰਕਾਰ ਨੇ ਪੁੱਛੀ ਤੇ ਸੀਗੀ ਵੀ ਤੁਹਾਡੀ ਸਰਕਾਰ ਹੈ ਤੇ ਤੁਸੀਂ ਕੁਝ ਨਹੀਂ ਕਰ ਸਕਦੇ। ਬਿਲਕੁਲ, ਉਹ ਕਹਿੰਦੇ ਸੀ ਮੈਂ ਚੇਤਾ ਕਰਵਾ ਸਕਦਾ ਸਰਕਾਰ ਨੂੰ ਤੇ ਉਹ ਮੈਂ ਕਰਾਉਂਦਾ ਰਹਿਣਾ ਆ, ਉਹ ਕਰਾਉਂਦਾ ਰਹਿਣਾ। ਇਹ ਗੱਲ ਦੂਸਰੀ ਆ। ਤੀਸਰੀ ਗੱਲ, ਇੱਕ ਉਹਨਾਂ ਦੇ ਦਿਮਾਗ 'ਚ ਜਿਹੜੀ ਹੈ ਉਹ ਮੈਂ ਆਪਣੀ ਜੋ ਉਹਨਾਂ ਦਾ ਦੇਖਿਆ ਹੈ, ਜੇ ਪੱਤਰਕਾਰ ਭਾਈਚਾਰਾ ਉਹਨਾਂ ਨੂੰ ਪੁੱਛਦਾ ਹੈ ਜਾਂ ਉਹਨਾਂ ਨੂੰ ਕਿਸੇ ਨੇ ਵੀ ਤੁਸੀਂ ਜਿਹੜੇ ਮੁੱਦੇ ਉਠਾ ਰਹੇ ਹੋ, ਜੇ ਕਾਂਗਰਸ ਦੇ ਮੌਜੂਦਾ ਸਟਰਕਚਰ ਦੇ ਵਿੱਚ
ਤੁਸੀਂ ਉਹਨਾਂ ਨੂੰ ਨੇਪਰੇ ਨਹੀਂ ਚਾੜ ਸਕਦੇ ਤੇ ਫਿਰ ਤੁਸੀਂ ਕਾਂਗਰਸ ਵਿੱਚ ਕਰਦੇ ਕੀ ਹੋ? ਤੁਸੀਂ ਆਪਣੇ ਸਿਰ ਖੁਦ ਹੋ ਕੇ ਕਿਉਂ ਨਹੀਂ ਚੱਲਦੇ? ਜੇ ਤੁਹਾਡਾ ਪਲੇਟਫਾਰਮ ਜਦ ਤੁਹਾਡੇ ਦੁਆਰਾ ਉਠਾਏ ਗਏ ਮੁੱਦੇ ਕਿਸੇ ਨਾਲ ਮੇਲ ਨਹੀਂ ਖਾਂਦੇ ਤਾਂ ਫਿਰ ਤੁਸੀਂ ਇੱਥੇ ਕਰਦੇ ਕੀ ਹੋ? ਤੁਸੀਂ ਆਪਣਾ ਫਰੰਟ ਕਿਉਂ ਨਹੀਂ ਬਣਾਉਂਦੇ? ਜੀ। ਇਹ ਗੱਲ ਇੱਥੇ ਉਹ ਥੋੜਾ ਜਿਹਾ ਬੈਕਫੁੱਟ ਤੇ ਆ ਜਾਂਦੇ ਨੇ। ਮੇਰੇ ਖਿਆਲ ਵਿੱਚ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਹੈ ਕਿ ਮੈਂ ਐਸੇ ਹੀ ਧਰਾਤਲ ਤੇ ਰਹਿ ਕੇ ਚੋਣ ਨਿਸ਼ਾਨ ਪੰਜੇ ਦੇ ਆਧਾਰ ਤੇ ਜੋ ਕੁਝ ਕਰਨਾ ਹੈ। ਮੇਰੇ ਕੋਲ ਇਹੋ ਹੀ ਸਭ ਤੋਂ ਵਧੀਆ ਮੌਕਾ ਹੈ। ਜੇ ਮੈਂ ਅਲੱਗ ਹੋ ਜਾਵਾਂਗਾ ਫਿਰ ਅਲੱਗ ਹੀ ਰਹਿ ਜਾਵਾਂਗਾ। ਮੁੱਦੇ ਪਿਛਲੇ ਸਾਲਾਂ ਦੇ ਵਿੱਚ ਹੋਰ ਵੀ ਕਈ ਬੰਦਿਆਂ ਨੇ ਉਠਾਏ ਨੇ, ਜਿਨ੍ਹਾਂ ਵਿੱਚ ਮਨਪ੍ਰੀਤ ਬਾਦਲ ਵੀ ਸ਼ਾਮਲ ਨੇ, ਭਗਵੰਤ ਮਾਨ ਵੀ ਸ਼ਾਮਲ ਨੇ। ਉਹ ਇਕੱਲੇ ਤੋਂ ਇਕੱਲੇ ਤੌਰ ਤੇ ਕਾਮਯਾਬ ਹੋ ਸਕਦੇ ਨੇ ਪਰ ਉਨੇ ਕੀ ਕਾਮਯਾਬ ਨੇ, ਉਹਨਾਂ ਕੋਲ ਕੋਈ ਵੱਡੀ ਡਿਸੀਜਨ ਮੇਕਿੰਗ ਉਹਨਾਂ ਕੋਲ ਵੀ ਨਹੀਂ ਹੈ। ਸੋ ਸਿੱਧੂ ਬਾਰੇ ਸਮਝਣ ਲਈ ਇਹ 3 ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਹੁਣ ਜਦੋਂ ਉਹ ਪੱਤਰਕਾਰ ਨੂੰ ਇੱਕ ਤਾਂ ਕਿਸੇ ਨੂੰ ਵੀ ਆਪਣਾ ਸਵਾਲ ਕੰਪਲੀਟ ਨਹੀਂ ਕਰਨ ਦਿੰਦੇ। ਜੀ ਬਿਲਕੁਲ। ਤੁਸੀਂ ਚੰਨੀ ਨੂੰ ਮੁੱਖ ਮੰਤਰੀ ਬਣਵਾਇਆ, ਨਹੀਂ ਕਹਿੰਦੇ ਨੇ ਤੁਸੀਂ ਹਾਈ ਕਮਾਂਡ ਤੇ ਉਂਗਲ ਉਠਾਉਂਦੇ ਹੋ, ਨਹੀਂ ਕਹਿੰਦੇ ਬਿਲਕੁਲ ਨਹੀਂ, ਮੈਂ ਆਪਣੀ ਹਾਈ ਕਮਾਂਡ ਤੇ ਉਂਗਲ ਉਠਾ। ਅਗਲਾ ਸਵਾਲ ਫਿਰ ਕਹਿ ਦਿੰਦੇ ਅਗਲਾ ਸਵਾਲ, ਨਹੀਂ ਕਹਿੰਦੇ ਮੈਂ ਪੰਜਾਬ ਸਰਕਾਰ ਦੇ ਖਿਲਾਫ ਵੀ ਨਹੀਂ ਬੋਲਦਾ। ਇਹਨਾਂ ਸਾਰੀਆਂ ਗੱਲਾਂ ਤੇ ਜਦੋਂ ਅਸੀਂ ਸੋਚਦੇ ਹਾਂ ਤਾਂ ਨਵਜੋਤ ਸਿੰਘ ਸਿੱਧੂ ਨੇ ਜੋ ਹੁਣ ਤੱਕ ਸਟੈਂਡ ਲਿਆ ਉਹ ਇਸ ਤਰ੍ਹਾਂ ਤਾਂ ਲੱਗਦਾ ਹੈ ਕਿ ਖਲਾਰਾ ਜਿਹਾ ਪੈ ਗਿਆ, ਪਰ ਜੇ ਸਹੀ ਮਾਅਨਿਆਂ ਦੇ ਵਿੱਚ ਸੋਚੋ ਤੇ ਉਹਨਾਂ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਰਵਨੀਤ ਬਿੱਟੂ ਦਾ ਇਹ ਕਹਿਣਾ ਹੈ ਕਿ ਭਲਾਈ ਦੀ ਸਕੀਮ ਜਾਰੀ ਕਰਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਤੇ ਖੁਸ਼ ਕਰ ਲਓ, ਉਹ ਇੱਕ ਖਾਸ ਕਿਸਮ ਦੀ ਜੈਲਸੀ ਨੂੰ ਦਰਸਾਉਂਦਾ ਹੈ। ਸੁਨੀਲ ਜਾਖੜ ਦੇ ਬਿਆਨ ਇੱਕ ਖਾਸ ਕਿਸਮ ਦੀ ਸੋਚ ਦੇ ਵਿੱਚੋਂ ਉਪਜੇ ਹੋਏ ਨਜ਼ਰ ਆਉਂਦੇ ਨੇ। ਪਰ ਨਵਜੋਤ ਸਿੰਘ ਸਿੱਧੂ ਨੇ ਪੀਪੀਸੀਸੀ ਦਾ ਅਹੁਦਾ ਇੱਕ ਜਿਹੜਾ ਉਹਨਾਂ ਨੂੰ ਜਿਸ ਕੰਮ ਲਈ ਮਿਲਿਆ ਸੀ ਤੇ ਜਿਸ ਤਰ੍ਹਾਂ ਕਾਂਗਰਸ ਪਾਰਟੀ ਉਹਨਾਂ ਨੂੰ ਇੱਕ ਸਿਰਫ ਸਟਾਰ ਪ੍ਰਚਾਰਕ ਦੇ ਤੌਰ ਤੇ, ਇੱਕ ਬੁਲਾਰੇ ਦੇ ਤੌਰ ਤੇ ਵਰਤਣਾ ਚਾਹੁੰਦੀ ਸੀ, ਉਸ ਤੋਂ ਉਹ ਲਾਂਭੇ ਹੋ ਗਏ ਨੇ, ਉਸ ਸਟੇਟਸ ਤੋਂ ਉੱਪਰ ਨਿਕਲ ਚੁੱਕੇ ਨੇ। ਮੈਂ ਉਹਨਾਂ ਦੀ ਹਮਾਇਤ ਨਹੀਂ ਕਰ ਰਿਹਾ, ਉਹਨਾਂ ਦੇ ਤੌਰ ਤਰੀਕਿਆਂ ਦੇ ਵਿੱਚ 50 ਗਲਤੀਆਂ ਹੋਣਗੀਆਂ ਪਰ ਉਹ ਮੁੱਦਿਆਂ ਦੀ ਗੱਲ ਵਾਕਈ ਕਰ ਰਹੇ ਨੇ। ਪਰ ਇੱਕ ਗੱਲ ਉਹਨਾਂ ਨੇ ਬਹੁਤ ਖਰੀ ਕੀਤੀ ਗੱਲ, ਕਹਿੰਦੇ ਵੀ ਲੋਕਾਂ 'ਚ ਜਾਣ ਦੇ 3 ਹੀ ਤਰੀਕੇ ਨੇ, ਜਾਂ ਸਿਰ ਚੁੱਕ ਕੇ ਚਲੇ ਜਾਓ, ਜਾਂ ਭੰਬਲ ਭੂਸੇ 'ਚ ਚਲੇ ਜਾਓ, ਤੇ ਜਾਂ ਫਿਰ ਮੂੰਹ ਲੁਕਾ ਕੇ ਚਲੇ ਜਾਓ। ਬਿਲਕੁਲ, ਉਹ ਭੰਬਲ ਭੂਸੇ ਵਾਲੀਆਂ ਸਕੀਮਾਂ ਜਿਹੜੀਆਂ ਨੇ ਪੰਜਾਬ ਸਰਕਾਰ ਦੀਆਂ ਚਲਾਈਆਂ ਜਾ ਰਹੀਆਂ ਕਿ ਦੇਖੋ ਆਹ ਕਰ ਦਿੱਤਾ, ਫਲਾਣੇ ਨੂੰ ਦੇ ਦਿੱਤਾ, ਉਹਨੂੰ ਭੱਤਾ ਦੇ ਦਿੱਤਾ, ਰੁਜ਼ਗਾਰ ਦੇ ਦਿੱਤਾ, ਬਿਜਲੀ ਦਾ ਰੇਟ ਘਟਾਤਾ, ਉਹ ਘਟਾਤਾ, ਸਾਰੀਆਂ ਗੱਲਾਂ ਨੂੰ ਉਹ ਇਸ ਤਰ੍ਹਾਂ ਹੀ ਦੇਖਦੇ ਨੇ ਤੇ ਉਹ ਵਾਕਿਆ ਮੁੱਦਿਆਂ ਦੀ ਗੱਲ ਕਰ ਰਹੇ ਨੇ। ਖਾਸ ਤੌਰ ਤੇ ਜਦੋਂ ਕਹਿੰਦੇ ਨੇ ਕਿ ਸਿੱਟ ਜਿਹੜੀ ਹੈ ਉਹਨੇ ਜਾਂਚ ਕੀਤੀ ਸੀ, ਕਰਨੀ ਸੀ ਮੁਕੰਮਲ 6 ਮਹੀਨੇ ਤੇ 6 ਮਹੀਨੇ ਤੋਂ ਉੱਪਰ ਹੋ ਗਏ ਆ, ਜਾਂਚ ਕਿੱਥੇ ਪਹੁੰਚੀ ਆ ਉਹਨੂੰ ਦੱਸੋ। ਨਸ਼ਿਆਂ ਬਾਰੇ ਜਿਹੜੀ ਰਿਪੋਰਟ ਹੈ ਉਹ ਖੁੱਲੀ ਆ ਤੇ ਉਸ ਵਿੱਚ ਕੀ ਲਿਖਿਆ ਗਿਆ ਲੋਕਾਂ ਨੂੰ ਦੱਸਦੇ ਕਿਉਂ ਨਹੀਂ? ਸਰਕਾਰ ਕਿਉਂ ਨਹੀਂ ਉਹ ਉਸ ਗੱਲ ਨੂੰ ਸਮਝਾਉਂਦੀ? ਐਡਵੋਕੇਟ ਜਨਰਲ ਤੇ ਡੀਜੀਪੀ ਦੇ ਅਹੁਦੇ ਦੇ ਉਹ ਪੂਰਨ ਤੌਰ ਤੇ ਪੇਸ਼ ਪਏ ਹੋਏ ਨੇ, ਜਿਨ੍ਹਾਂ ਵਿੱਚੋਂ ਲੱਗਦਾ ਹੈ ਕਿ ਕਿਸੇ ਹੱਦ ਤੱਕ ਉਹ ਕਾਮਯਾਬ ਹੋ ਜਾਣਗੇ। ਨਵਜੋਤ ਸਿੰਘ ਸਿੱਧੂ ਆਪਣੇ ਮੁੱਦੇ ਤੇ ਜਿਨ੍ਹਾਂ ਤੇ ਉਹ ਖੜੇ ਨੇ, ਖਲੋਤੇ ਨੇ, ਉਹਨਾਂ ਵਿੱਚੋਂ ਇਸ ਵੇਲੇ ਸੀਐਮ ਚੰਨੀ ਨਾਲੋਂ ਵੀ ਜ਼ਿਆਦਾ ਜਾਂ ਕਿਸੇ ਹੋਰ ਨਾਲੋਂ ਵੀ ਜ਼ਿਆਦਾ ਕੈਪਟਨ ਅਮਰਿੰਦਰ ਸਿੰਘ ਤੇ ਲਾਂਭੇ ਹੋ ਚੁੱਕੇ ਨੇ। ਉਹ ਐਡਵੋਕੇਟ ਜਨਰਲ ਤੇ ਡੀਜੀਪੀ ਦੇ ਅਹੁਦੇ ਨੂੰ ਜਿਹੜਾ ਹੈ ਆਪਣੇ ਰਸਤੇ ਦਾ ਰੋੜਾ ਵਜੋਂ ਦੇਖ ਰਹੇ ਨੇ। ਹਾਂ, ਐਡਵੋਕੇਟ ਜਨਰਲ ਦੇ ਉਹਨਾਂ ਬਿਆਨਾਂ ਤੇ ਮੈਨੂੰ ਬਹੁਤ ਹੈਰਾਨੀ ਹੋਈ ਜਿਸ ਵਿੱਚ ਉਹਨਾਂ ਨੇ ਆਖਿਆ ਕਿ ਇੱਕ ਖਾਸ ਇਸ਼ਾਰੇ ਤੇ ਵੈਸਟਡ ਇੰਟਰਸਟ ਦੇ ਤਹਿਤ ਜਿਹੜਾ ਹੈ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਐਡਵੋਕੇਟ ਜਨਰਲ ਮਾਫ ਕਰਨਾ ਪਾਰਟੀ ਨੂੰ ਰਿਪਰੈਜ਼ੈਂਟ ਨਹੀਂ ਸੀ ਕਰ ਰਹੇ, ਉਹ ਪਾਰਟੀ ਨੂੰ ਨਹੀਂ ਪੰਜਾਬ ਦੀ ਸਰਕਾਰ ਨੂੰ ਰਿਪਰੈਜ਼ੈਂਟ ਕਰਦੇ ਨੇ, ਪੰਜਾਬ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹਨਾਂ ਵੱਲੋਂ ਅਜਿਹੇ ਗੈਰ ਜ਼ਿੰਮੇਵਾਰਾਨਾ ਬਿਆਨ ਦੀ ਉਮੀਦ ਨਹੀਂ ਸੀ ਤੇ ਉਹਨਾਂ ਦਾ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ 2 ਬੰਦਿਆਂ ਤੇ ਜਿਹੜਾ ਹੈ ਉਹ ਸ਼ਿਕੰਜਾ ਕੱਸਣ ਦੇ ਵਿੱਚ ਕਾਮਯਾਬ ਕਾਫੀ ਹੱਦ ਤੱਕ ਹੋ ਗਏ ਨੇ, ਡੀਜੀਪੀ ਵੀ ਤੇ ਐਡਵੋਕੇਟ ਜਨਰਲ ਵੀ। ਨਵੇਂ ਚਿਹਰਿਆਂ ਦਾ ਐਲਾਨ ਵੀ ਹੋ ਸਕਦਾ ਹੈ। ਜੇ ਹੋ ਜਾਂਦਾ ਹੈ ਤੇ ਫਿਰ ਨਵਜੋਤ ਸਿੰਘ ਸਿੱਧੂ ਦਾ ਇੱਕ ਵੱਖਰਾ ਰੰਗ ਸਾਨੂੰ ਵੇਖਣ ਨੂੰ ਮਿਲੇਗਾ ਤੇ ਸਪਸ਼ਟ ਤੌਰ ਤੇ ਇਹ ਗੱਲ ਸਾਹਮਣੇ ਆ ਜਾਵੇਗੀ ਕਿ ਜਿੱਤ ਨਵਜੋਤ ਸਿੰਘ ਸਿੱਧੂ ਦੀ ਹੀ ਹੋਣੀ ਹੈ। ਪਰ ਅਜੇ ਤੱਕ ਪੱਕੇ ਤੌਰ ਤੇ ਨਹੀਂ ਕਹਿ ਸਕਦੇ। ਜੇ ਨਵਜੋਤ ਸਿੰਘ ਸਿੱਧੂ ਇਸ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਫਿਰ ਉਹਨਾਂ ਨੇ ਬਿਲਕੁਲ ਵੀ ਰੁਕਣਾ ਨਹੀਂ। ਆਉਣ ਵਾਲੇ ਦਿਨਾਂ ਦੇ ਵਿੱਚ ਉਹ ਹੋਰ ਵੀ ਜ਼ਿਆਦਾ ਤੀਬਰਤਾ ਨਾਲ ਮੁੱਦੇ ਉਠਾਉਂਦੇ ਰਹਿਣਗੇ। ਜੀ, ਕੱਲ ਵੀ ਉਹ 2 ਟੁਕ ਫਿਕਰਾ ਉਠਾ ਕੇ ਕਾਨਫਰੰਸ ਖਤਮ ਕਰਕੇ ਚਲੇ ਗਏ ਵੀ ਜਾਂ ਤਾਂ 2 ਆਪਣੇ ਸਮਝੌਤੇ ਵਾਲੇ ਅਫਸਰ ਚੁਣ ਲਓ ਜਾਂ ਫਿਰ ਸਿੱਧੂ ਚੁਣ ਲਓ। ਕੁਲਦੀਪ ਜੀ, ਗੱਲ ਹੁਣ ਕਰਦੇ ਆ ਰਾਜਾ ਵੜਿੰਗ ਦੀ, ਜਿਹੜੇ ਕਿ ਅਕਸਰ ਹੀ ਅੱਜ ਕੱਲ੍ਹ ਕੈਪਟਨ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ। ਕਦੇ ਕਹਿੰਦੇ ਨੇ ਕਿ ਉਮਰ ਦਰਾਜ਼ ਹੋ ਗਏ ਨੇ, ਹੁਣ ਇਹਨਾਂ ਨੂੰ ਆਰਾਮ ਨਾਲ ਬਹਿ ਜਾਣਾ ਚਾਹੀਦਾ, ਤੇ ਕਦੇ ਕਹਿੰਦੇ ਨੇ ਨਾ ਇਹ ਘਰਦੇ ਨੇ ਨਾ ਘਾਟਦੇ ਨੇ। ਤੁਹਾਨੂੰ ਕੀ ਲੱਗਦਾ ਕਿ ਕੈਪਟਨ ਅਮਰਿੰਦਰ ਖਿਲਾਫ ਇੰਨਾ ਜ਼ਿਆਦਾ ਰਾਜਾ ਵੜਿੰਗ ਬੋਲ ਰਹੇ ਨੇ, ਸਹੀ ਕਰ ਰਹੇ ਨੇ ਜਾਂ ਗਲਤ ਕਰ ਰਹੇ ਨੇ? ਸਵਲੀਨ, ਰਾਜਾ ਵੜਿੰਗ ਯੰਗ ਨੇ, ਤੇਜ਼ ਧਿਰਾਰ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਔਰ ਲੋਕਾਂ ਦੇ ਵਿੱਚ ਰਹਿ ਕੇ ਉਹ ਕੰਮ ਕਰਦੇ ਨੇ। ਉਹਨਾਂ ਨੂੰ ਸਪੋਰਟ ਹਾਸਲ ਹੈ ਆਪਣੀ ਪਤਨੀ ਦੀ, ਜੋ ਕਿ ਉਹਨਾਂ ਨਾਲੋਂ ਵੀ ਜ਼ਿਆਦਾ ਤੀਬਰਤਾ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੀ ਹੈ, ਕੰਮ ਕਰਦੀ ਹੈ।
ਰਾਜਾ ਵੜਿੰਗ ਜ਼ਾਹਿਰਾ ਤੌਰ ਤੇ ਕਾਂਗਰਸ ਦੇ ਹੀ ਵਿਅਕਤੀ ਹਨ ਸ਼ੁਰੂ ਤੋਂ। ਯੂਥ ਕਾਂਗਰਸ ਦੇ ਵਿੱਚੋਂ ਉਹ ਆਏ ਨੇ ਤੇ ਉਹਨਾਂ ਨੇ ਹੌਲੀ ਹੌਲੀ ਉਹਨਾਂ ਦਾ ਉਭਾਰ ਜਿਹੜਾ ਹੈ ਉਹ ਕਾਂਗਰਸ ਦੇ ਵਿੱਚ ਇੱਕ ਆਗੂ ਵਜੋਂ ਹੋਇਆ। ਹਾਲਾਂਕਿ ਉਹਨੂੰ ਕਈ ਵਾਰੀ ਕਈ ਕਾਰਨਾਂ ਕਰਕੇ ਵਾਦ ਵਿਵਾਦ ਦੇ ਵਿੱਚ ਵੀ ਉਹ ਰਹੇ ਨੇ, ਪਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦਾ ਜਿਹੜਾ ਅੰਕੜਾ ਰਿਹਾ ਹੈ ਉਸ ਨੂੰ ਜਿਹੜਾ ਥੋੜ੍ਹਾ ਜਿਹਾ ਗੰਭੀਰਤਾ ਨਾਲ ਵੇਖੀਏ ਤੇ ਫਿਰ ਕਈ ਗੱਲਾਂ ਸਮਝ ਪੈਂਦੀਆਂ ਨੇ ਜੀ। ਜਦੋਂ ਰਾਜਾ ਵੜਿੰਗ ਪਹਿਲੀ ਵਾਰੀ ਰਾਜਨੀਤੀ ਦੇ ਵਿੱਚ ਆਉਂਦੇ ਨੇ ਤੇ ਮਨਪ੍ਰੀਤ ਬਾਦਲ ਆਪਣੀ ਵੱਖਰੀ ਪਾਰਟੀ ਬਣਾ ਕੇ ਬੈਠੇ ਹੋਏ ਸੀ ਤੇ ਅਕਾਲੀ ਦਲ ਨੂੰ ਲੱਗਦਾ ਸੀ ਕਿ ਸਾਡੀਆਂ ਵੋਟਾਂ ਖਰਾਬ ਕਰਨਗੇ ਮਨਪ੍ਰੀਤ ਬਾਦਲ ਪਾਰਟੀ ਵਾਲੇ, ਤੇ ਉਦੋਂ ਪੂਰੀ ਵਾਹ ਲਾ ਦਿੱਤੀ ਸੀ ਕਿ ਜਿੱਥੇ ਜਿੱਥੇ ਉਹਨਾਂ ਦੇ ਕੈਂਡੀਡੇਟ ਮਜ਼ਬੂਤ ਨੇ ਉੱਥੇ ਕਾਂਗਰਸ ਦਾ ਭਾਵਾਂ ਜਿੱਤ ਜਾਏ, ਮਨਪ੍ਰੀਤ ਬਾਦਲ ਦਾ ਉਮੀਦਵਾਰ ਨਹੀਂ ਜਿੱਤਣਾ ਚਾਹੀਦਾ। ਹੋਇਆ ਵੀ ਇਸੇ ਤਰ੍ਹਾਂ। ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਨੂੰ ਹਰਾ ਦਿੱਤਾ ਤੇ ਰਾਜਾ ਵੜਿੰਗ ਜਦੋਂ ਅਸੈਂਬਲੀ 'ਚ ਪਹੁੰਚਦੇ ਨੇ ਤੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ ਕਾਕਾ ਜੀ ਤੁਹਾਨੂੰ ਬਲੈਂਕ ਚੈੱਕ ਹੈ, ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ। ਉਹ ਬਲੈਂਕ ਚੈੱਕ ਤਾਂ ਮੇਰਾ ਖਿਆਲ ਨਹੀਂ ਆਇਆ, ਪਰ ਬਾਦਲਾਂ ਨਾਲ ਵੀ 36 ਦਾ ਅੰਕੜਾ ਬਣ ਗਿਆ ਤੇ ਮਨਪ੍ਰੀਤ ਬਾਦਲ ਨਾਲ ਵੀ 36 ਦਾ ਅੰਕੜਾ ਜਿਹੜਾ ਹੈ ਰਾਜਾ ਵੜਿੰਗ ਦਾ ਪੱਕੇ ਤੌਰ ਤੇ ਬਣ ਗਿਆ, ਅੱਜ ਵੀ ਹੈ ਉਸੇ ਤਰ੍ਹਾਂ ਹੀ ਹੈ। ਪਰ ਰਾਜਾ ਵੜਿੰਗ ਨੂੰ ਕੈਪਟਨ ਨੇ ਇਹ ਜਾਣਦੇ ਹੋਏ ਵੀ ਕਿ ਇਹ ਸਿਆਸੀ ਤੌਰ ਤੇ ਉਸ ਖਿੱਤੇ ਦੇ ਵਿੱਚ ਕਿੰਨੇ ਅਹਿਮ ਹੋ ਸਕਦੇ ਨੇ, ਯੰਗ ਨੇ, ਤੇ ਉਹਨਾਂ ਨੂੰ ਇਗਨੋਰ ਕੀਤਾ ਵਾਰ-ਵਾਰ, ਉਹਨਾਂ ਦੀ ਸੁਣੀ ਨਹੀਂ ਗਈ, ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਜੀ। ਰਾਜਾ ਵੜਿੰਗ ਚੁੱਪ ਕਰਕੇ ਬੈਠੇ ਰਹੇ। ਪਰ ਹੁਣ ਜਦੋਂ ਫਿਰ ਮੌਕਾ ਮਿਲਿਆ, ਰੌਲਾ ਤਾਂ ਭਾਵੇਂ ਸਿੱਧੂ ਨੇ ਪਾਇਆ ਸੀ ਪਰ ਬਹੁਤਾ ਜਿਹੜਾ ਹੁਣ ਵਾਹ-ਵਾਹ ਖੱਟੀਆ ਰਾਜਾ ਵੜਿੰਗ ਨਹੀਂ ਖੱਟੀ ਹੈ। ਪਰ ਇਸ ਵੇਲੇ ਜਿਹੜੀ ਉਹ ਬਿਆਨਬਾਜ਼ੀ ਕਰ ਰਹੇ ਨੇ ਕੈਪਟਨ ਦੇ ਖਿਲਾਫ, ਮੈਂ ਸਮਝਦਾ ਕਿ ਉਹ ਗੈਰ ਜ਼ਰੂਰੀ ਵੀ ਹੈ ਤੇ ਲੇਟ ਵੀ ਹੈ। ਜੇ ਇਹੋ ਜਿਹੀ ਬਿਆਨਬਾਜ਼ੀ ਕਿਤੇ ਪਹਿਲਾਂ ਕੀਤੀ ਹੋਈ ਹੁੰਦੀ, ਮੁੱਦੇ ਉਠਾਏ ਹੁੰਦੇ ਜਿੱਦਾਂ ਨਵਜੋਤ ਸਿੰਘ ਸਿੱਧੂ ਨੇ ਉਠਾਏ ਨੇ ਜੀ, ਤੇ ਫਿਰ ਰਾਜਾ ਵੜਿੰਗ ਦਾ ਸਟੇਟਸ ਕੁਝ ਹੋਰ ਹੋਣਾ ਸੀ। ਅੱਜ ਉਹ ਕਾਰਵਾਈ ਤੇ ਕਰ ਰਹੇ ਨੇ, ਉੱਥੇ ਜਾ ਕੇ ਬੱਸਾਂ ਫੜ ਰਹੇ ਨੇ, ਉੱਥੇ ਫੜ ਰਹੇ ਨੇ, ਪਰ ਇਹ ਸਿਰਫ ਆਟੇ 'ਚ ਲੂਣ ਦੇ ਬਰਾਬਰ ਹੈ। ਜੇ ਇਸ ਟਰਾਂਸਪੋਰਟ ਮੰਤਰੀ ਨੂੰ ਥਾਂ ਥਾਂ ਤੇ ਜਾ ਕੇ ਇਹ ਕੰਮ ਕਰਨਾ ਪੈਂਦਾ ਕਿ ਭਾਈ ਦੱਸੋ ਆ ਬੱਸ ਕਿਹਦੀ ਹੈ, ਕਿਹਦੀ ਹੈ, ਉਹ ਕੌਣ ਹੈ, ਉਹ ਕੌਣ ਹੈ, ਇਹ ਟਰਾਂਸਪੋਰਟ ਮੰਤਰੀ ਦੇ ਕਰਨ ਵਾਲੇ ਕੰਮ ਥੋੜ੍ਹਾ ਹੈ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਵੱਡਾ ਮਾਫੀਆ ਕਾਇਮ ਹੋ ਚੁੱਕਾ ਹੈ, ਜਿਸ ਨੂੰ ਹੱਥ ਪਾਉਣਾ ਟਰਾਂਸਪੋਰਟ ਮੰਤਰੀ ਦੇ ਵੀ ਵੱਸ ਦੀ ਗੱਲ ਨਹੀਂ। ਸੋ ਰਾਜਾ ਵੜਿੰਗ ਜਿਹੜੀ ਬਿਆਨਬਾਜ਼ੀ ਹੁਣ ਕਰ ਰਹੇ ਆ, ਇੱਕ ਤੇ ਉਹਨਾਂ ਦਾ ਇਹ ਕਹਿਣਾ ਕਿ ਕੈਪਟਨ ਸਾਹਿਬ ਘਰ ਦੇ ਨਾ ਘਾਟ ਦੇ, ਇਸ ਖਬਰ ਦੇ ਆਧਾਰ ਤੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਪੰਜਾਬ ਵਿੱਚ 117 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਨ ਜਾ ਰਹੀ ਹੈ, ਤੇ ਇੰਨੀ ਕੁ ਗੱਲ ਤੇ ਇੰਨੇ ਲਫ਼ਜ਼ ਇਸ ਤਰ੍ਹਾਂ ਦੇ ਵਰਤਣੇ ਮੈਂ ਸਮਝਦਾ ਕਿ ਬਲੋ ਦਾ ਬੈਲਟ ਹੈ। ਔਰ ਇਹ ਉਹਨਾਂ ਨੂੰ ਕੋਈ ਹੁਣ ਲੋੜ ਨਹੀਂ, ਉਹ ਜ਼ਿਆਦਾ ਬਿਹਤਰ ਇਹੋ ਹੀ ਹੋਵੇਗਾ ਕਿ ਖੁੰਝੇ ਲੱਗੇ ਰਹੇ ਨੇ 4-4.5 ਸਾਲ, ਤੇ ਹੁਣ ਉਹਨਾਂ ਕੋਲ ਮੌਕਾ ਹੈ ਕੰਮ ਕਰਕੇ ਦਿਖਾਉਣ ਦਾ, ਤੇ ਕੰਮ ਹੀ ਕਰਨ ਤੇ ਜ਼ਿਆਦਾ ਬਿਹਤਰ ਹੈ ਜੀ। ਕੈਪਟਨ ਨੇ ਉਹਨਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਜਿਹੜਾ ਕੀਤਾ, ਪਰ ਉਹਨਾਂ ਦਾ ਜਿਹੜਾ ਹੇਠਲੇ ਪੱਧਰ ਦੀ ਬਿਆਨਬਾਜ਼ੀ ਤੋਂ ਉਹਨਾਂ ਨੂੰ ਹੁਣ ਗੁਰੇਜ਼ ਕਰਨਾ ਚਾਹੀਦਾ ਹੈ। ਅਜੇ ਤੱਕ ਕੈਪਟਨ ਨੇ ਰਾਜਾ ਵੜਿੰਗ ਦੇ ਸਵਾਲਾਂ ਦਾ ਜਾਂ ਉਹਨਾਂ ਦੁਆਰਾ ਉਠਾਏ ਗਏ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜੀ। ਪਰ ਜਿਹੜਾ ਜਿਸ ਵਿੱਚ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਇਨਸਾਈਟ ਕਰ ਰਹੇ ਨੇ ਕਿ ਕੁਝ ਨਾ ਕੁਝ ਬੋਲਣ ਤੇ ਮੇਰਾ ਸਟੇਟਸ ਸ਼ਾਇਦ ਕੈਪਟਨ ਦੇ ਇੰਟਰਫੇਅਰ ਕਰਨ ਨਾਲ ਜ਼ਿਆਦਾ ਹੋਰ ਉੱਚਾ ਹੋਵੇਗਾ, ਇਹ ਗਲਤ ਗੱਲ ਹੈ। ਉਹਨਾਂ ਨੂੰ ਆਪਣਾ ਕੰਮ ਨਾਲ ਧਿਆਨ ਰੱਖਣਾ ਚਾਹੀਦਾ। ਕੈਪਟਨ ਵਾਲਾ ਪੀਰੀਅਡ ਜਿਹੜਾ ਓਵਰ ਹੈ, ਉਸ ਬਾਰੇ ਲੋਕ ਸਵਾਲ ਜਿਹੜੇ ਨੇ ਕੇਂਦਰੀ ਹਾਈ ਕਮਾਨ ਨੂੰ ਕਰਨ, ਹੋਰਨਾਂ ਨੂੰ ਕਰਨ, ਜਿਹੜੇ ਨਹੀਂ ਬੋਲਦੇ ਰਹੇ। ਤੁਸੀਂ ਤੇ ਅੱਜ ਉਹਨਾਂ ਵਿੱਚ ਸ਼ਾਮਲ ਹੋ ਜਿਨ੍ਹਾਂ ਦੇ ਕੋਲ ਪਾਵਰ ਹੈ, ਤਾਕਤ ਹੈ, ਤੁਸੀਂ ਆਪਣੇ ਕੰਮ ਜਾਰੀ ਰੱਖੋ ਜੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਕਰਦੇ ਹਾਂ ਲਖੀਮਪੁਰ ਖੀਰੀ ਘਟਨਾ ਦੀ। 3 ਅਕਤੂਬਰ ਨੂੰ ਉੱਥੇ ਮੰਤਰੀ ਦਾ ਪੁੱਤ ਗੱਡੀ ਚੜਾ ਦਿੰਦਾ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਉੱਤੇ, ਤੇ 4 ਕਿਸਾਨ ਤੇ ਇੱਕ ਪੱਤਰਕਾਰ ਸਮੇਤ 8 ਵਿਅਕਤੀਆਂ ਦੀ ਉੱਥੇ ਮੌਤ ਹੋ ਜਾਂਦੀ ਹੈ। ਫਿਰ ਸਰਕਾਰ ਤੇ ਦਬਾਅ ਬਣਦਾ ਹੈ, ਜਾਂਚ ਸ਼ੁਰੂ ਹੁੰਦੀ ਹੈ, ਤੇ ਹੁਣ ਖਬਰਾਂ ਇਹ ਕਹਿ ਰਹੀਆਂ ਨੇ ਕਿ ਸੁਪਰੀਮ ਕੋਰਟ ਉਸ ਜਾਂਚ ਤੋਂ ਖੁਸ਼ ਨਹੀਂ ਹੈ। ਯੂਪੀ ਸਰਕਾਰ ਨੂੰ ਤਤੀਆਂ ਗੱਲਾਂ ਸੁਣਾਈਆਂ ਅਦਾਲਤ ਨੇ। ਕੀ ਹੈ ਜੀ ਪੂਰਾ ਮਾਮਲਾ? ਦੇਖੋ, ਗੱਲ ਇਹ ਹੈ ਜੀ ਕਿ ਇਸ ਮਾਮਲੇ ਦੇ ਵਿੱਚ ਯੂਪੀ ਸਰਕਾਰ, ਯੂਪੀ ਪੁਲਿਸ ਤੇ ਕੇਂਦਰ ਸਰਕਾਰ ਦੀ ਭੂਮਿਕਾ ਨਿੰਦਣਯੋਗ ਰਹੀ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜੀ। ਲਖੀਮਪੁਰ ਖੀਰੀ ਦੇ ਵਿੱਚ ਜੋ ਹੋਇਆ, ਜਿਵੇਂ ਤੁਸੀਂ ਦੱਸਿਆ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਪਰ ਗੱਡੀ ਚਾੜ ਦਿੱਤੀ ਜਾਂਦੀ ਹੈ। ਫਿਰ ਰੌਲਾ ਪੈਂਦਾ ਹੈ ਕਿ ਉਹ ਗੱਲ ਜਿਹੜੀ ਹੈ ਇੰਨੀ ਦਬਾ ਦਿੱਤੀ ਜਾਂਦੀ ਹੈ
ਉਸ ਦੇ ਵਿੱਚ ਇਹ ਪ੍ਰਚਾਰਿਆ ਜਾਂਦਾ ਕਿ ਦੇਖੋ ਕਿਸਾਨਾਂ ਨੇ ਗੱਡੀ ਨੂੰ ਅੱਗ ਲਾ ਦਿੱਤੀ, ਗੱਡੀ ਲੁਟਾ ਦਿੱਤੀ, ਬੰਦੇ ਮਾਰ ਦਿੱਤੇ, ਜਿਨ੍ਹਾਂ ਵਿੱਚ ਇੱਕ ਡਰਾਈਵਰ ਸੀ, ਭਾਜਪਾ ਦੇ 2 ਵਰਕਰ ਸੀ, ਇੱਕ ਪੱਤਰਕਾਰ ਮਾਰ ਦਿੱਤਾ ਹੈ। ਜੀ। ਇਹ ਸਾਰੀਆਂ ਗੱਲਾਂ ਆਉਂਦੀਆਂ ਨੇ ਕਿ ਹਿੰਸਕ ਭੀੜ ਨੇ ਅਜਿਹਾ ਕੀਤਾ। ਪਰ ਜਦੋਂ ਦੂਸਰੇ ਜਾਂ ਤੀਸਰੇ ਦਿਨ ਉਹ ਵੀਡੀਓ ਜਦੋਂ ਤੱਕ ਸਾਹਮਣੇ ਨਹੀਂ ਆ ਜਾਂਦੀ, ਭਾਈ ਦੇਖੋ ਤਾਂ ਸਹੀ ਅਸਲ ਵਿੱਚ ਹੋਇਆ ਕੀ ਸੀ। ਕਿਸਾਨ ਤੇ ਜਾ ਰਹੇ ਸਨ, ਪਿੱਛੋਂ ਗੱਡੀ ਆਉਂਦੀ ਉਹਨਾਂ ਦੇ ਉੱਪਰੋਂ ਦੀ ਲੰਘ ਜਾਂਦੀ ਹੈ, ਕਿਸਾਨ ਮਾਰੇ ਜਾਂਦੇ ਨੇ। ਜ਼ਖਮੀਆਂ ਦੀ ਗਿਣਤੀ ਦਾ ਤਾਂ ਅੰਦਾਜ਼ਾ ਕੋਈ ਨਹੀਂ ਜੀ। ਗੱਡੀਆਂ ਰੁਕ ਜਾਂਦੀਆਂ ਨੇ ਜਾਂ ਕਿਸੇ ਤਰੀਕੇ ਲੋਕ ਕਿਸਾਨ ਉਹਨਾਂ ਨੂੰ ਰੋਕ ਲੈਂਦੇ ਨੇ। ਉਸ ਤੋਂ ਬਾਅਦ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਉਸ ਮਾਮਲੇ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਉਸ ਮੌਕੇ ਤੇ ਬੇਕਾਬੂ ਭੀੜ ਵੱਲੋਂ ਜਾਂ ਹਿੰਸਕ ਲੋਕਾਂ ਵੱਲੋਂ ਜੋ ਗੁੱਸੇ ਨਾਲ ਭਰੇ ਹੋਏ ਸਨ ਕਿ ਸਾਡੇ ਉੱਪਰ ਸ਼ਾਂਤਮਈ ਜਾ ਰਹੇ ਲੋਕਾਂ ਉੱਪਰ ਗੱਡੀ ਕਿਸ ਤਰ੍ਹਾਂ ਚਾੜ ਦਿੱਤੀ ਗਈ, ਤੇ ਉਹਨਾਂ ਵਿੱਚੋਂ 2 ਭਾਜਪਾ ਦੇ ਵਰਕਰ ਤੇ ਇੱਕ ਜਿਹੜਾ ਡਰਾਈਵਰ ਸੀ ਉਹ ਗੱਡੀ ਦਾ ਇੱਕਦਮ ਮਾਰਿਆ ਗਿਆ ਜੀ। ਉਸ ਵੇਲੇ ਤੱਕ ਜਦੋਂ ਤੱਕ ਵੀਡੀਓ ਨਹੀਂ ਸੀ ਸਾਹਮਣੇ ਆਉਂਦੀ, ਇਹੋ ਹੀ ਪ੍ਰਚਾਰਿਆ ਜਾ ਰਿਹਾ ਸੀ ਕਿ ਪੱਤਰਕਾਰ ਨੂੰ ਭੀੜ ਨੇ ਹੀ ਮਾਰਿਆ। ਇਹ ਗੱਲਾਂ ਸਾਰਿਆਂ ਨੂੰ ਪਤਾ ਹੈ ਔਰ ਉਸ ਵੀਡੀਓ ਦੇ ਵਿੱਚ ਸਭ ਕੁਝ ਕਲੀਅਰ ਹੁੰਦਾ ਹੈ। ਔਰ ਉਸ ਨੂੰ ਗ੍ਰਿਫਤਾਰ ਕਰਨ ਤੱਕ ਜਿਸ ਤਰ੍ਹਾਂ ਦਾ ਡਰਾਮਾ ਯੂਪੀ ਪੁਲਿਸ ਨੇ ਕੀਤਾ, ਸਾਰੀਆਂ ਗੱਲਾਂ ਨੇ। ਪਰ ਹੁਣ ਸੁਪਰੀਮ ਕੋਰਟ ਕੀ ਕਹਿੰਦੀ ਹੈ ਉਹ ਮੈਂ ਦੱਸ ਦੇਵਾਂ ਜੀ। ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਸਾਬਕਾ ਜੱਜ ਦੇ ਨਿਗਰਾਨੀ ਹੇਠ ਇੱਕ ਜਾਂਚ ਕਮੇਟੀ ਬਣਾਈ ਜਾਵੇ ਜੋ ਇਸ ਪੂਰੇ ਮਾਮਲੇ ਦੀ ਆਜ਼ਾਦਾਨਾ ਤੌਰ ਤੇ ਜਾਂਚ ਕਰੇ। ਤੇ ਉਹ ਜੱਜ ਯੂਪੀ ਦਾ ਸਾਬਕਾ ਜੱਜ ਰਿਟਾਇਰਡ ਨਾ ਹੋਵੇ, ਕਿਸੇ ਹੋਰ ਸੂਬੇ ਦਾ ਹੋਵੇ ਜੀ। ਇੰਨੀ ਵੱਡੀ ਟਿੱਪਣੀ ਉਹਨਾਂ ਵੱਲੋਂ ਇੱਕ ਕਿਸਮ ਦਾ ਭਰੋਸਾ ਜਿਹੜਾ ਹੈ, ਗੈਰ ਭਰੋਸਾ ਜਿਹੜਾ ਪ੍ਰਗਟਾਇਆ ਗਿਆ ਉੱਥੇ ਦੇ ਜੱਜਾਂ ਦੇ ਵਿੱਚ। ਯੂਪੀ ਸਰਕਾਰ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨ ਲਈ ਆਖਿਆ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੇ ਤੁਸੀਂ ਇਸ ਕੰਮ ਵਿੱਚ ਕੀ ਕਰ ਰਹੇ ਹੋ। ਅਜੇ ਤੱਕ ਯੂਪੀ ਸਰਕਾਰ ਦੇ ਨੁਮਾਇੰਦੇ ਸੁਪਰੀਮ ਕੋਰਟ ਦੇ ਵਿੱਚ ਟਾਲ ਮਟੋਲ ਕਰਦੇ ਰਹੇ ਨੇ। ਹੁਣ ਤੱਕ 10 ਲੋਕ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ, ਜਾਂਚ ਚੱਲ ਰਹੀ ਹੈ। ਤੇ ਜਦ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਗੱਡੀ ਘਰਾਏ ਜਾਣ ਵਾਲਾ ਮਾਮਲਾ ਤੇ ਬਾਅਦ ਵਿੱਚ ਮਾਰੇ ਗਏ ਲੋਕਾਂ ਨੂੰ ਮਾਮਲੇ ਨੂੰ ਇਕੱਠੇ ਇੱਕ ਇਵੈਂਟ ਵਜੋਂ, ਇੱਕ ਰਲਗੱਡ ਕਰਕੇ ਮਾਮਲੇ ਵਜੋਂ ਵੇਖਿਆ ਜਾ ਰਿਹਾ। ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਹੈਰਾਨਗੀ ਹੈ ਕਿ ਜਿਹੜਾ ਵਿਅਕਤੀ ਬਾਅਦ ਵਿੱਚ ਮਾਰੇ ਗਏ ਲੋਕਾਂ ਦੇ ਕੇਸ ਦੇ ਵਿੱਚ ਆਪਣੀ ਗਵਾਹੀ ਦੇ ਰਿਹਾ, ਜਿਹੜੇ ਲੋਕ ਦੇ ਰਹੇ ਨੇ, ਇੱਕ ਤੋਂ ਵੱਧ ਨੇ, ਉਹੋ ਹੀ ਲੋਕ ਜਿਹੜੇ ਨੇ ਗੱਡੀ ਘਰਾਉਣ ਦੇ ਮਾਮਲੇ ਦੇ ਵਿੱਚ ਵੀ ਗਵਾਹੀਆਂ ਦੇਣ ਵਾਲੇ ਉਹੀ ਲੋਕ ਨੇ। ਬਾਕੀ ਕਿੱਥੇ ਨੇ ਜੀ? ਹਜ਼ਾਰਾਂ ਦੀ ਭੀੜ ਉੱਥੇ ਸੀ। ਜਿਹੜਾ ਫੋਨ ਜ਼ਬਤ ਹੋਇਆ ਸਿਰਫ ਉਹ ਅਜੇ ਮਿਸ਼ਰਾ ਦੇ ਬੇਟੇ ਦਾ ਹੀ ਹੋਇਆ, ਬਾਕੀਆਂ ਦੇ ਫੋਨ ਕਿਉਂ ਨਾ ਜ਼ਬਤ ਹੋਏ? ਆਖੇ ਜੀ ਇਹਨਾਂ ਕੋਲ ਫੋਨ ਨਹੀਂ ਸੀ, ਉਹਨਾਂ ਦੀ ਕਾਲ ਡਿਟੇਲ ਘਟਾਈ ਜਾ ਰਹੀ ਹੈ। ਹੱਦ ਹੋ ਗਈ ਹੈ। ਤੁਸੀਂ ਉਹਨਾਂ ਨੂੰ ਸਮਾਂ ਹੀ ਇੰਨਾ ਦੇ ਦਿੱਤਾ ਉੱਥੋਂ ਨਿਕਲਣ ਵਾਸਤੇ, ਉਹਨਾਂ ਨੂੰ ਸਾਰੇ ਸਬੂਤ ਮਿਟਾਉਣ ਵਾਸਤੇ, ਤੇ ਅੱਜ ਤੁਸੀਂ ਕਹਿ ਰਹੇ ਹੋ ਉਹਨਾਂ ਕੋਲ ਫੋਨ ਨਹੀਂ ਸੀ। ਇਹ ਗੱਲ ਮੰਨਣ ਵਾਲੀ ਹੈ? ਉਹਨਾਂ ਕੋਲ 50-50 ਲੱਖ ਦੀਆਂ ਗੱਡੀਆਂ ਸਨ ਤੇ ਕੋਲ ਫੋਨ ਨਹੀਂ ਸੀ। ਇਹ ਗੱਲ ਮੰਨਣ ਵਾਲੀ ਨਹੀਂ, ਹਜਮ ਹੋਣ ਵਾਲੀ ਨਹੀਂ ਜੀ। ਲੱਗਦਾ ਹੈ ਅਦਾਲਤ ਨੇ ਕਿਹਾ ਕਿ ਕਿਸੇ ਖਾਸ ਮੁਲਜ਼ਮ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਹਰਲੀ ਜੱਜ ਦਾ ਰਿਟਾਇਰਡ ਜੱਜ ਨੂੰ ਨਿਯੁਕਤ ਕਰਨਾ, ਉਹਨਾਂ ਨੇ ਜਿਹੜੀ ਗੱਲ ਆਖੀ ਹੈ ਕਿ ਸਾਨੂੰ ਤੁਹਾਡੇ ਤੇ ਯਕੀਨ ਨਹੀਂ। ਬੱਲੇ ਬੱਲੇ ਬੱਲੇ, ਇੰਨੀਆਂ ਵੱਡੀਆਂ ਟਿੱਪਣੀਆਂ ਸਰਕਾਰ ਤੇ ਮੌਜੂਦਾ ਜਾਂਚ ਸਿਸਟਮ ਤੇ ਯੂਪੀ ਪੁਲਿਸ ਤੇ ਸੁਪਰੀਮ ਕੋਰਟ ਨੇ ਕੀਤੀਆਂ ਨੇ। ਸਾਰੀਆਂ ਗੱਲਾਂ ਜਿਹੜੀਆਂ ਮੈਂ ਕਹੀਆਂ ਨੇ ਇਹ ਸੁਪਰੀਮ ਕੋਰਟ ਦੀਆਂ ਆਖੀਆਂ ਹੋਈਆਂ ਨੇ। ਇਸ ਵਿੱਚੋਂ ਇੱਕ ਗੱਲ ਵੀ ਆਪਣੇ ਕੋਲੋਂ ਨਹੀਂ ਪਾਈ ਗਈ। ਇਹਨਾਂ ਗੱਲਾਂ ਵੱਲ ਧਿਆਨ ਦਿਓ ਤੇ ਫਿਰ ਦੇਖੋ ਕਿ ਸੁਪਰੀਮ ਕੋਰਟ ਜਿਹੜੀ ਹੈ ਕਿਉਂ ਖਫਾਇਆ ਤੇ ਉੱਥੇ ਜਾਂਚ ਕਿਸ ਤਰ੍ਹਾਂ ਦੀ ਚੱਲ ਰਹੀ ਹੈ। 2 ਭਾਜਪਾ ਵਰਕਰਾਂ ਦੀ ਤੇ 4 ਕਿਸਾਨਾਂ ਦੀ ਪਹਿਲਾਂ, ਤੇ ਜਿਨ੍ਹਾਂ ਵਿੱਚ ਪੱਤਰਕਾਰ ਵੀ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਪੱਤਰਕਾਰ ਦੀ ਕਲੀਅਰ ਨਹੀਂ ਹੋਊਗੀ ਉਸ ਨੂੰ ਵੀ ਬਾਅਦ ਵਾਲੀਆਂ ਮੌਤਾਂ ਨਾਲ ਜੋੜ ਕੇ ਵਿਖਾਇਆ ਗਿਆ। ਉਸ ਬਾਰੇ ਵੀ ਸਥਿਤੀ ਅਜੇ ਤੱਕ ਕਲੀਅਰ ਨਹੀਂ ਕੀਤੀ ਗਈ ਜੀ। ਔਰ ਬਿਆਨ ਜਿਹੜੇ ਦਿੱਤੇ ਜਾ ਰਹੇ ਨੇ, ਇੰਨੇ ਲੋਕ ਜਿਹੜੇ ਨੇ, ਲੋਕ ਕਹਿ ਰਹੇ ਨੇ ਕਿ ਅਸੀਂ ਬਿਆਨ ਦੇਣ ਨੂੰ ਤਿਆਰ ਹਾਂ, ਅਸੀਂ ਉੱਥੇ ਮੌਜੂਦ ਸੀ, ਸਾਡੇ ਕੋਲੋਂ ਪੁੱਛੋ ਕੀ ਹੋਇਆ। ਪੁਲਿਸ ਕਹਿੰਦੀ ਹੈ ਜਾਓ, ਲੋੜ ਨਹੀਂ ਸਾਨੂੰ, ਅਸੀਂ ਬਿਆਨ ਨਹੀਂ ਲੈਣੇ। ਗਿਣਤੀ ਮਿਣਤੀ ਦੇ ਲੋਕ ਬਿਆਨ ਦੇਣ ਲਈ ਅੱਗੇ ਆ ਰਹੇ ਨੇ। ਉਹਨਾਂ ਨੂੰ 94 ਲੋਕਾਂ ਨੂੰ 94 ਬਿਆਨ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਇੰਨੀ ਖਿਚਾਈ ਕੀਤੀ ਹੈ ਯੂਪੀ ਦੀ ਸਰਕਾਰ ਦੀ। ਮੇਰਾ ਖਿਆਲ ਹੈ ਕਿ ਉਹਨਾਂ ਨੂੰ ਥੋੜ੍ਹਾ ਬਹੁਤਾ ਇਸ ਮਾਮਲੇ ਤੇ ਹੁਣ ਸ਼ਰਮ ਕਰ ਲੈਣੀ ਚਾਹੀਦੀ ਹੈ। ਇੱਕ ਵੀਡੀਓ ਦੇ ਵਿੱਚ ਜਿਹੜਾ ਜੋ ਇੰਨਾ ਕੁਝ ਸਾਬਤ ਹੁੰਦਾ ਹੈ, ਉਸ ਵੀਡੀਓ ਦੇ ਬਾਰੇ ਪੁਲਿਸ ਨੇ ਕੋਰਟ ਨੇ ਇਹ ਵੀ ਆਖਿਆ ਸੀ ਕਿ ਜੇ ਸਾਰੀਆਂ ਵੀਡੀਓ ਜਿੰਨੀਆਂ ਆਸੇ-ਪਾਸੇ ਦੀਆਂ ਹਨ ਉੱਥੇ, ਉਹਨਾਂ ਨੂੰ ਇਕੱਠੀਆਂ ਕਰ ਲਿਆ ਜਾਵੇ ਤਾਂ ਇੱਕ ਠੀਕ ਠਾਕ ਫਿਲਮ ਬਣ ਜਾਂਦੀ ਹੈ ਜਿਸ ਤੋਂ ਸਾਰਾ ਕੁਝ ਕਲੀਅਰ ਹੋ ਜਾਂਦਾ। ਤੁਸੀਂ ਅਜੇ ਤੱਕ ਕੀਤਾ ਕੀ ਹੈ? ਜ਼ਾਹਿਰਾ ਤੌਰ ਤੇ ਇਹ ਭੂਮਿਕਾ ਯੂਪੀ ਸਰਕਾਰ ਦੀ, ਪੁਲਿਸ ਦੀ ਤੇ ਉੱਥੇ ਦੇ ਲੋਕਲ ਤੰਤਰ ਦੀ ਬਹੁਤ ਸ਼ੱਕੀ ਹੈ। ਜੋ ਅਦਾਲਤ ਨੇ ਕਿਹਾ ਕਿ ਕਿਸੇ ਖਾਸ ਮੁਲਜ਼ਮ ਨੂੰ ਬਚਾਉਣ ਲਈ ਤੁਸੀਂ ਲੱਗੇ ਹੋਏ ਹੋ, ਇਹ ਬਹੁਤ ਵੱਡੀਆਂ ਟਿੱਪਣੀਆਂ ਨੇ ਜੇ ਕੋਈ ਸਮਝੇ ਤਾਂ ਜੀ।
ਕੁਲਦੀਪ ਜੀ, ਪਿਛਲੇ 6 ਕੁ ਸਾਲਾਂ ਤੋਂ ਅਸੀਂ ਇੱਕ ਲਫ਼ਜ਼ ਬਹੁਤ ਸੁਣਿਆ, ਰਾਫਾਲ ਜਾਂ ਰਾਫੇਲ। ਫਰਾਂਸ ਸਰਕਾਰ ਦੇ ਨਾਲ ਭਾਰਤ ਸਰਕਾਰ ਨੇ ਰਾਫੇਲ ਸੌਦਾ ਕੀਤਾ ਤੇ ਰੌਲਾ ਪੈ ਗਿਆ ਕਿ ਤਕਰੀਬਨ 60,000 ਕਰੋੜ ਦਾ ਜਿਹੜਾ ਘਪਲਾ ਹੋਇਆ। ਹੁਣ ਸਵਾਲ ਮੇਰਾ ਇਹ ਹੈ ਕਿ ਹੁਣ ਜਿਹੜਾ ਪ੍ਰੈਜ਼ੈਂਟ ਸਿਨੈਰੀਓ ਚੱਲ ਰਿਹਾ ਹੈ ਉਹਦੇ ਵਿੱਚ ਕੀ ਕੁਝ ਸਾਹਮਣੇ ਆਇਆ? ਕਿ ਸੱਚੀ ਦਲਾਲੀ ਹੋਈ ਹੈ ਜਦੋਂ ਇਹ ਸੌਦਾ ਹੋਇਆ? ਦੇਖੋ, ਗੱਲ ਹੈ 36 ਦੇ ਲਾਗੇ ਜਿਹੜੇ ਜਹਾਜ਼ ਨੇ ਉਹ ਰਫਾਲ ਜਿਹੜੇ ਨੇ ਭਾਰਤ ਸਰਕਾਰ ਨੂੰ ਮਿਲਣੇ ਸਨ, ਏਅਰਫੋਰਸ ਨੂੰ ਮਿਲਣੇ ਨੇ। ਇੱਕ ਤੇ ਮੈਂ ਦੱਸ ਦੇਵਾਂ ਕਿ ਇਹ ਮੁੱਢਲੇ ਤੌਰ ਤੇ ਜਦੋਂ ਰਫਾਲ ਜਹਾਜ਼ ਚੁਣੇ ਗਏ ਕਿ ਰਫਾਲ ਲੈਣੇ ਨੇ, ਉਸ ਵੇਲੇ ਦੁਨੀਆ ਦੇ ਬਹੁਤ ਵੱਡੇ ਵੱਡੇ ਜਿਹੜੇ ਦੇਸ਼ਾਂ ਦੇ ਲੜਾਕੂ ਜਹਾਜ਼ ਨੇ, ਉਹਨਾਂ ਦੇ ਆਪਸ ਵਿੱਚ ਉਹਨਾਂ ਨੂੰ ਸਾਰਾ ਜਿਹੜਾ ਸੀ ਭਾਰਤ ਸਰਕਾਰ ਨੇ ਇੱਕ ਸਟੱਡੀ ਕੀਤੀ ਕਿ ਸਾਡੇ ਲਈ ਬਿਹਤਰ ਕਿਹੜਾ ਹੋਵੇਗਾ ਜੀ, ਜਿਨ੍ਹਾਂ ਵਿੱਚ ਇੰਗਲੈਂਡ ਦੇ ਵੀ ਜਹਾਜ਼ ਸਨ, ਅਮਰੀਕਾ ਦੇ ਵੀ ਸਨ, ਤੇ ਸਾਰਾ ਹੀ ਕੁਝ ਮਾਹਿਰਾਂ ਨਾਲ ਰਾਏ ਤੋਂ ਬਾਅਦ ਫਰਾਂਸ ਦੇ ਜਹਾਜ਼ਾਂ ਤੇ ਜਿਹੜੀ ਉਂਗਲ ਰੱਖੀ ਗਈ ਸੀ ਕਿ ਆਹ ਲੈਣੇ ਨੇ। ਇਹ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਦੀ ਗੱਲ ਹੈ। ਇੱਕ ਰੌਚਕ ਤੱਥ ਮੈਂ ਹੋਰ ਸਾਂਝਾ ਕਰ ਦੇਵਾਂ। ਇੰਗਲੈਂਡ ਵਾਲੇ ਨਾਰਾਜ਼ ਹੋ ਗਏ ਸੀ ਕਿਉਂਕਿ 1947 ਦੇ ਵਿੱਚ ਜਦੋਂ ਭਾਰਤ ਆਜ਼ਾਦ ਹੁੰਦਾ ਹੈ ਤਾਂ ਭਾਰਤ ਆਜ਼ਾਦ ਹੋਣ ਵੇਲੇ ਇੰਗਲੈਂਡ ਦੀ ਸਰਕਾਰ ਨਾਲ ਕੁਝ ਸਮਝੌਤਾ ਹੋਇਆ ਕਿ ਹਰ ਸਾਲ ਤੁਸੀਂ ਇਮਦਾਦ ਵਜੋਂ ਭਾਰਤ ਨੂੰ ਇੰਨੀ ਰਕਮ ਦੇਣੀ ਹੈ। ਤੇ ਉੱਥੇ ਕੁਝ ਮੈਂਬਰ ਪਾਰਲੀਮੈਂਟ ਜਿਹੜੇ ਸੀ ਉਹ ਬੋਲ ਪਏ ਸੀ ਕਿ ਤੁਹਾਡੇ ਕੋਲੋਂ ਜਹਾਜ਼ ਉਹਨਾਂ ਨੇ ਖਰੀਦੇ ਨਹੀਂ, ਅਸਲ ਵਿੱਚ ਉਹ ਖਿਜੇ ਹੋਏ ਸਨ ਜੀ ਕਿ ਉੱਥੇ ਇੰਨੇ ਜਹਾਜ਼ਾਂ ਦਾ ਜਦੋਂ ਆਰਡਰ ਆਉਣਾ ਸੀ ਤੇ ਕਿੰਨਾ ਰੁਜ਼ਗਾਰ ਜਿਹੜਾ ਸੀ ਇੰਗਲੈਂਡ 'ਚ ਪੈਦਾ ਹੋਣਾ ਸੀ। ਉਹ ਖਿਜ ਗਏ ਕਿ ਜਿਹੜਾ ਸੌਦਾ ਸੀ ਉਹਨਾਂ ਫਰਾਂਸ ਨੂੰ ਮਿਲ ਗਿਆ ਤੇ ਇੰਗਲੈਂਡ ਦੇ ਪੱਲੇ ਕੁਝ ਨਾ ਪਿਆ। ਪਰ ਉਹ ਕਹਿੰਦੇ ਕਿ ਇੱਕ ਪਾਸੇ ਤੇ ਸਾਡੇ ਕੋਲੋਂ ਇਮਦਾਦ ਮੰਗ ਰਹੇ ਨੇ 1947 ਤੋਂ ਬਾਅਦ ਦੇ ਸਮਝੌਤੇ ਕਾਰਨ, ਤੇ ਦੂਜੇ ਪਾਸੇ ਲੜਾਕੂ ਜਹਾਜ਼ਾਂ ਤੇ ਇੰਨੀ ਰਕਮ ਖਰਚੀ ਜਾ ਰਹੀ ਹੈ, ਇਹਨਾਂ ਦੀ ਇਮਦਾਦ ਬੰਦ ਕਰ ਦਿਓ। ਤੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਸੌਰੀ ਕਿਹਾ ਸੀ ਕਿ ਨਹੀਂ, ਇਹ ਮੇਰੇ ਮੈਂਬਰ ਪਾਰਲੀਮੈਂਟ ਦੀ ਕਿਸੇ ਦੀ ਆਖੀ ਹੋਈ ਗੱਲ ਹੈ, ਮੈਂ ਇਸ ਨਾਲ ਸਹਿਮਤ ਨਹੀਂ, ਇਮਦਾਦ ਅਸੀਂ ਤੁਹਾਨੂੰ ਜਾਰੀ ਰੱਖਾਂਗੇ, ਤੁਸੀਂ ਜਹਾਜ਼ ਜਿੱਥੋਂ ਮਰਜ਼ੀ ਲੈ ਲਓ ਜੀ। ਖੈਰ, ਰਫਾਲ ਵੱਲ ਆਉਂਦੇ ਆ। ਇਹ 36 ਜਹਾਜ਼ ਨੇ। ਇਹਨਾਂ ਦੇ ਮਾਮਲੇ ਦੇ ਵਿੱਚ 60,000 ਕਰੋੜ ਦਾ ਕੁੱਲ ਸੌਦਾ ਅਸਲ ਵਿੱਚ ਸੀ। ਤੇ ਜਿਹੜੀ ਵੱਡੀ ਦਿੱਤੀ ਗਈ ਹੈ ਉਹ ਵੱਡੀ ਇਸ ਮਾਮਲੇ ਦੇ ਵਿੱਚ ਇੱਕ ਮੀਡੀਆ ਪਾਰਟ ਗਰੁੱਪ ਹੈ ਉੱਥੇ ਦਾ ਫਰਾਂਸ ਦਾ, ਜਿਨ੍ਹਾਂ ਨੇ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਪ੍ਰਕਾਸ਼ਿਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਕਿਵੇਂ ਇੱਕ ਦਲਾਲ ਦੇ ਜ਼ਰੀਏ ਡਸੌਂਟ ਕੰਪਨੀ ਨੇ ਜੋ ਰਫਾਲ ਜਹਾਜ਼ ਬਣਾਉਂਦੀ ਹੈ, ਉਹਨਾਂ ਨੇ 7.5 ਮਿਲੀਅਨ 75 ਲੱਖ ਯੂਰੋ ਦੀ ਭਾਵ ਤਕਰੀਬਨ 65 ਕਰੋੜ ਰੁਪਏ ਦੀ ਵੱਡੀ ਜਿਹੜੀ ਸੀ ਉਹ ਦਿੱਤੀ ਹੈ। ਉਹ ਦਿੱਤੀ ਕਿਸ ਨੂੰ ਹੈ? ਗੁਪਤਾ ਨਾਂ ਦਾ ਇੱਕ ਦਲਾਲ ਹੈ, ਸੁਸ਼ੀਨ ਗੁਪਤਾ ਉਸਦਾ ਨਾਮ ਹੈ, ਉਸ ਨੂੰ ਦਿੱਤੀ ਗਈ ਹੈ। ਉਸ ਦੁਬਈ ਦੇ ਵਿੱਚੋਂ ਕਦੇ ਕਾਰੋਬਾਰ ਚਲਾਉਂਦਾ ਹੈ, ਕਦੇ ਮੌਰੀਸ਼ਸ ਦੀ ਅਗਸਟਾ ਵੈਟਲੈਂਡ ਕੰਪਨੀ ਦੇ ਥਰੂ ਚਲਾਉਂਦਾ ਹੈ। ਉਹ ਸਾਰੇ ਸੌਦੇਬਾਜ਼ੀਆਂ ਦੇ ਵਿੱਚ ਇੱਕ ਤਰ੍ਹਾਂ ਦਾ ਦਲਾਲ ਹੈ। ਇਹ ਗੱਲ ਸਬਲੀਨ ਕਿਸੇ ਤੋਂ ਲੁਕੀ ਛੁਪੀ ਹੋਈ ਨਹੀਂ ਕਿ ਦੁਨੀਆ ਭਰ ਦੇ ਵਿੱਚ ਜਿੰਨੇ ਰੱਖਿਆ ਸਮਝੌਤੇ ਹੁੰਦੇ ਨੇ ਜਾਂ ਸਾਜੋ ਸਮਾਨ ਇੱਕ ਦੂਸਰੇ ਤੋਂ ਖਰੀਦਿਆ ਵੇਚਿਆ ਜਾਂਦਾ ਹੈ, ਇਸ ਮਾਮਲੇ ਦੇ ਵਿੱਚ ਸਾਰੀ ਦੁਨੀਆ 'ਚ ਦਲਾਲ ਕੰਮ ਕਰਦੇ ਨੇ। ਇਹੋ ਹੀ ਕੰਮ ਬੋਫੋਰ ਦੇ ਮਾਮਲੇ ਵਿੱਚ ਹੋਇਆ ਸੀ ਤੇ ਜਿਸ ਨੇ ਰਾਜੀਵ ਗਾਂਧੀ ਦੀ ਸਰਕਾਰ ਤੱਕ ਨੂੰ ਹਿਲਾ ਦਿੱਤਾ ਸੀ। ਪਰ ਮੌਜੂਦਾ ਸਰਕਾਰ ਸਾਡੀ ਹਿੱਲਣ ਵਾਲੀ ਨਹੀਂ ਹੈ। ਇਹ ਫਰਾਂਸ ਦੇ ਵਿੱਚ ਡਸੌਂਟ ਕੰਪਨੀ ਨੇ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਵੱਡੀ ਦਿੱਤੀ ਜਾਂ ਨਹੀਂ ਦਿੱਤੀ, ਪਰ ਫਰਾਂਸ ਵਿੱਚ ਜਾਂਚ ਚੱਲ ਰਹੀ ਹੈ। ਹੋ ਸਕਦਾ ਉੱਥੇ ਵੀ ਕੋਈ ਨਤੀਜਾ ਨਾ ਨਿਕਲੇ ਕਿਉਂਕਿ ਅਖੀਰ ਗੱਲ ਸਰਕਾਰ ਤੇ ਆ ਜਾਂਦੀ ਹੈ ਤੇ ਸਰਕਾਰਾਂ ਨੂੰ ਫਿਰ ਆਪਣਾ ਜਿਹੜਾ ਕੁਝ ਬਚ-ਬਚਾ ਕਰਨਾ ਪੈਂਦਾ। ਪਰ ਭਾਰਤ ਸਰਕਾਰ ਦੀਆਂ 2-3 ਏਜੰਸੀਆਂ ਜਿਹੜੀਆਂ ਨੇ ਇਸ ਮਾਮਲੇ ਵਿੱਚ ਬਿਲਕੁਲ ਚੁੱਪ ਬੈਠੀਆਂ ਹੋਈਆਂ ਨੇ। ਉਹਨਾਂ ਨੇ ਕਿਹਾ ਕਿ ਇਹ ਜਾਣਕਾਰੀ ਪਹਿਲਾਂ ਦੇ ਦਿੱਤੀ ਗਈ ਸੀ ਕਿ ਜਹਾਜ਼ ਖਰੀਦਣ ਵਾਸਤੇ ਤੇ ਭਾਰਤ ਸਰਕਾਰ ਦੇ ਕੁਝ ਨੁਮਾਇੰਦਿਆਂ ਨੂੰ ਮਨਾਉਣ ਵਾਸਤੇ ਕਿ ਆਹ ਹੀ ਜਹਾਜ਼ ਖਰੀਦਣੇ ਨੇ, ਉਹ ਡਸੌਂਟ ਕੰਪਨੀ ਨੂੰ ਦੱਸਿਆ ਗਿਆ ਕਿ ਇੰਨੇ ਪੈਸੇ ਕੱਢੋ ਭਾਈ, ਫੇਰ ਸੌਦਾ ਸਾਡਾ ਹੋਵੇਗਾ। ਇਸ ਮਾਮਲੇ ਦੇ ਵਿੱਚ ਇੱਕ IT ਕੰਪਨੀ ਬਣਾ ਕੇ, ਜਿਹਦੇ ਵਿੱਚ ਉਹਨਾਂ ਦੇ ਖਾਸ ਵਰਕਰ ਵੀ ਨਹੀਂ ਰੱਖੇ ਹੋਏ ਸੀ, ਨਕਲੀ ਕੰਟਰੈਕਟ ਬਣਾ ਕੇ ਨਕਲੀ ਸਮਾਨ ਵੇਚ ਕੇ, ਜਿਸ ਵਿੱਚ ਡਸੌਂਟ ਕੰਪਨੀ ਦੇ ਸਪੈਲਿੰਗ ਵੀ ਕਈ ਜਿਹੜੇ ਰਸੀਦਾਂ ਸੀ ਉਹਨਾਂ ਤੇ ਗਲਤ ਸਨ, ਉਹ ਬਣਾ ਕੇ ਪੇਸ਼ ਕੀਤੇ ਗਏ ਤੇ ਪੇਮੈਂਟ ਜਿਹੜੀ ਵੱਡੀ ਮਾਤਰਾ ਦੇ ਵਿੱਚ ਉਸ ਕੰਪਨੀ ਤੋਂ ਲਈ ਗਈ, ਜਿਨ੍ਹਾਂ ਦਾ ਅੱਜ ਕੋਈ ਸਬੂਤ ਜਿਹੜਾ ਹੈ ਸਾਡੀ ਸਰਕਾਰ ਉਸ ਦੇ ਬਾਰੇ ਕੋਈ ਜਾਂਚ ਨਹੀਂ ਕਰਨਾ ਚਾਹੁੰਦੀ। ਐਨਫੋਰਸਮੈਂਟ ਡਾਇਰੈਕਟਰ ਤੇ CBI ਇਸ ਮਾਮਲੇ ਦੇ ਵਿੱਚ ਚੁੱਪ ਹੈ ਤੇ ਇਸ ਜਾਂਚ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੀ। ਸੋ 2 ਵੱਡੇ ਮੁੱਦੇ ਨੇ ਸਬਲੀਨ। ਰਫਾਲ ਵਾਲਾ ਮੁੱਦਾ ਜਿਉਂ ਦਾ ਤਿਉਂ ਖੜਾ ਹੈ। ਇਹ ਗੱਲ ਮਤ ਭੁੱਲੋ ਕਿ ਰਫਾਲ ਜਹਾਜ਼ ਦੇ ਵਿੱਚ ਕੋਈ ਗੱਲ ਹੈ, ਉਹਦੇ ਵਿੱਚ ਕੋਈ ਨੁਕਸ ਹੈ। ਇਸੇ ਤਰ੍ਹਾਂ ਬੋਫੋਰ ਤੋਪ ਦੀ ਗੱਲ ਸੀ। ਕਾਰਗਿਲ ਯੁੱਧ ਦੇ ਵਿੱਚ ਬੋਫੋਰ ਤੋਪ ਨੇ ਕਮਾਲ ਕੰਮ ਕੀਤਾ। ਰਫਾਲ ਜਹਾਜ਼ ਵੀ ਵਧੀਆ ਹੈ, ਪਰ ਉਹਨਾਂ ਨੂੰ ਖਰੀਦਣ ਦੇ ਵਿੱਚ ਜਿਹੜੀ ਘਪਲੇਬਾਜ਼ੀ ਹੋਈ ਹੈ ਉਹ ਸਾਹਮਣੇ ਆਉਣੀ ਜ਼ਰੂਰੀ ਹੈ। ਰਫਾਲ ਜਹਾਜ਼ ਵਿੱਚ ਕੋਈ ਨੁਕਸ ਨਹੀਂ ਹੈ, ਪਰ ਇਸ ਨੂੰ ਇਸ ਤਰ੍ਹਾਂ ਨਾ ਸਮਝਿਆ ਜਾਵੇ ਕਿ ਰਾਸ਼ਟਰੀ ਸੁਰੱਖਿਆ ਨਾਲ ਜੋੜ ਕੇ ਨਾ ਵੇਖਿਆ ਜਾਵੇ। ਆਮ ਤੌਰ ਤੇ ਭਾਜਪਾ ਤੇ ਉਹਨਾਂ ਦੇ ਹਮਾਇਤੀ ਇਹੋ ਹੀ ਕਹਿ ਦਿੰਦੇ ਨੇ
ਕਿ ਰਫਾਲ ਤੇ ਤੁਸੀਂ ਉਂਗਲੀ ਉਠਾਉਂਦੇ ਹੋ ਤੇ ਬਹੁਤ ਵਧੀਆ ਜਹਾਜ਼ ਹੈ, ਜੀ ਰਫਾਲ ਤੇ ਨਹੀਂ ਉਂਗਲੀ ਉਠਾਈ ਜਾ ਰਹੀ, ਗੱਲ ਸੌਦੇ ਤੇ ਉਂਗਲੀ ਉਠਾਈ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਭਾਰਤ ਸਰਕਾਰ ਕੁਝ ਬੋਲੇ ਤੇ ਇਸ ਦੀ ਜਾਂਚ ਕਰਾਵੇ ਤੇ ਜ਼ਿਆਦਾ ਬਿਹਤਰ ਰਹੇਗਾ, ਪਰ ਲੱਗਦਾ ਨਹੀਂ ਕਿ ਹੋਵੇਗਾ। ਹੋ ਸਕਦਾ ਹੈ ਫਰਾਂਸ ਵਿੱਚ ਵੀ ਇਹ ਮਾਮਲਾ ਛੇਤੀ ਠੱਪ ਹੋ ਜਾਵੇ। ਜੀ ਪੈਗਾਸਸ ਮਾਮਲੇ ਦੇ ਵਿੱਚ ਵੀ ਸਰਕਾਰ ਆਪਣੀ ਜਾਂਚ ਕਰਾਉਣ ਤੋਂ ਅਸਮਰੱਥਾ ਜਿਹੜੀ ਹੈ ਜ਼ਾਹਰ ਕਰ ਚੁੱਕੀ ਹੈ, ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦੇ ਕੇ। ਇਹ ਵੀ ਮੈਨੂੰ ਲੱਗਦਾ ਹੈ ਕਿ ਉਸੇ ਲੜੀ ਵਿੱਚ ਇਹ ਕੇਸ ਠੰਡੇ ਬਸਤੇ ਵਿੱਚ ਪੈ ਜਾਵੇਗਾ। ਜੀ ਕੁਲਦੀਪ ਜੀ, ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ। ਪ੍ਰੋਗਰਾਮ 'ਚ ਸਾਡਾ ਸਾਥ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਅਗਲੀ ਵਾਰ ਕੁਝ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।